ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਲੰਘੇ ਦਿਨੀ ਮੈਂ ਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਨੇ ਇੱਕ ਵਿਚਾਰ ਚਰਚਾ ਕੀਤੀ ਸੀ, ਜਿਹਦੇ ਵਿੱਚ ਅਸੀਂ ਲਾਫਟਰ ਥੈਰੇਪੀ ਦੇ ਬਾਰੇ ਅਸੀਂ ਜਾਣਕਾਰੀ ਦਿੱਤੀ ਸੀ ਵੀ ਖੁਸ਼ ਜੇ ਨਹੀਂ ਵੀ ਹੈਗੇ ਤਾਂ ਨਕਲੀ ਹਾਸੇ ਨਾਲ ਖੁਸ਼ ਹੋਵੋ, ਬੇਮਤਲਬ ਹੱਸ ਕੇ ਮੂੰਹ ਬਣਾ ਕੇ ਜਿਹੜੇ ਹੱਸੋ ਤੇ ਆਪਣੇ ਆਪ ਤੇ ਹੱਸ ਕੇ ਖੁਸ਼ ਹੋਵੋ। ਉਹਦੇ ਪਿੱਛੇ ਦੇ ਕਾਰਨ ਕੀ ਸੀਗੇ ਕਿ ਬਿਮਾਰੀਆਂ ਸਾਡੇ ਸਰੀਰ ਨੂੰ ਘੇਰ ਚੁੱਕੀਆਂ ਨੇ, ਪਰੇਸ਼ਾਨੀਆਂ ਸਾਡੇ ਸਰੀਰ ਨੂੰ ਇੰਨਾ ਕੁ ਜ਼ਿਆਦਾ ਜਿਹੜਾ ਉਹ ਡਿਮੋਰਲਾਈਜ਼ ਕਰ ਚੁੱਕੀਆਂ ਨੇ, ਜਿਹੜਾ ਸਾਡਾ ਮੋਰਾਲ ਹੈ ਉਹ ਇੰਨਾ ਡਾਊਨ ਹੋ ਚੁੱਕਿਆ ਕਿ ਅਸੀਂ ਇੱਕ ਵੇਲਾ ਕੋਈ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਨੇ ਵੀ ਇੱਦੋਂ ਤਾਂ ਮਰ ਜਾਈਏ ਤਾਂ ਚੰਗੀ ਗੱਲ ਹੈ, ਲੇਕਿਨ ਉਹ ਅਵਸਥਾ ਕਿਉਂ ਪਹੁੰਚਦੀ ਹੈ? ਕਿਉਂ ਸਾਨੂੰ ਨਕਲੀ ਹਾਸੇ ਹੱਸਣੇ ਪੈਂਦੇ ਨੇ? ਕਿਉਂ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਜਿਹੜੀਆਂ ਸਾਨੂੰ ਘੇਰ ਲੈਂਦੀਆਂ ਨੇ? ਕਿਉਂ ਸਾਡੇ ਪਰਿਵਾਰ ਜਿਹੜੇ ਨੇ ਉਹ ਚਿੰਤਾਵਾਂ ਦੇ ਵਿੱਚ ਰਹਿੰਦੇ ਨੇ? ਕਿਹੜੀਆਂ ਚਿੰਤਾਵਾਂ ਨੇ ਜਿਹੜੀਆਂ ਸਾਨੂੰ ਜਿਹੜੀਆਂ ਮੌਤ ਵੱਲ ਲੈ ਜਾਂਦੀਆਂ ਨੇ? ਅਤੇ ਕੀ ਉਹਨਾਂ ਸਾਰੀਆਂ ਚਿੰਤਾਵਾਂ ਤੋਂ ਬਚਣ ਲਈ ਸਾਨੂੰ ਦਵਾਈਆਂ ਦਾ ਹੀ ਸਹਾਰਾ ਲੈਣਾ ਪਏਗਾ, ਜਾਂ ਫਿਰ ਬਿਨਾਂ ਦਵਾਈ ਤੋਂ ਕਿਸੇ ਦੀ ਕਾਉਂਸਲਿੰਗ ਦੇ ਨਾਲ ਵੀ ਉਹ ਸਾਰੀਆਂ ਚਿੰਤਾਵਾਂ ਅਤੇ ਜਿਹੜੀ ਉਹ ਖੁਸ਼ੀਆਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਜਾ ਸਕਦੀਆਂ ਨੇ? ਬਿਨਾਂ ਕੋਈ ਪੈਸਾ ਖਰਚਿਆਂ, ਬਿਨਾਂ ਕਿਸੇ ਦੇ ਕੋਲ ਜਾਇਆਂ ਕੁਛ ਹਾਸਲ ਕੀਤਾ ਜਾ ਸਕਦਾ। ਅੱਜ ਉਸੇ ਵਿਚਾਰ ਚਰਚਾ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਅਤੇ ਡਾਕਟਰ ਵਰਿੰਦਰ ਸਿੰਘ ਹੋਣਾ ਭੁੱਲਰ ਹੋਣਾ ਤੋਂ ਜਾਣਾਂਗੇ ਕਿ ਇਨਸਾਨ ਆਪਣਾ ਆਪਾ ਹਾਰ ਕਿਉਂ ਜਾਂਦਾ, ਆਪਣੇ ਆਪ ਤੋਂ ਹਾਰ ਕਿਉਂ ਜਾਂਦਾ, ਕਿਉਂ ਅਜਿਹੇ ਪੋਜੀਸ਼ਨ 'ਚ ਪਹੁੰਚ ਜਾਂਦਾ ਕਿ ਮੈਂ ਮਰ ਜਾਣਾ, ਹੁਣ ਮੇਰੇ ਕੋਲ ਕੁਛ ਨਹੀਂ ਬਚਿਆ। ਲੰਘੀ ਵੀਡੀਓ ਦੇ ਵਿੱਚ ਮੈਂ ਜਿਹੜੇ ਗੁਰਬਖਸ਼ ਸਿੰਘ ਨਾਗੀ ਹੋਣਾ ਦੇ ਨਾਲ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਕੋਈ ਵੇਲਾ ਸੀ ਕਿ ਮੈਂ ਬਹੁਤ ਕਰਜ਼ਈ ਹੋ ਗਿਆ ਸੀ, ਬਹੁਤ ਬੁਰੇ ਤਰੀਕੇ ਹਾਲਾਤਾਂ 'ਚੋਂ ਲੰਘ ਰਿਹਾ ਸੀ, ਪਰਿਵਾਰ ਪੂਰਾ ਬਿਮਾਰ ਸੀ, ਮਰਨ ਤੱਕ ਮੈਂ ਸੋਚ ਲਈ ਸੀ ਮੈਂ ਉਸ ਦਿਨ ਮਰ ਜਾਣਾ ਸੀ। ਉਹਨਾਂ ਦਾ ਇਹ ਵਰਡਿੰਗ ਸੀ ਕਿ ਮੈਂ ਉਸ ਦਿਨ ਮਰਨ ਚੱਲਿਆ ਸੀ, ਆਤਮ ਹੱਤਿਆ ਕਰਨੀ ਸੀ। ਅਤੇ ਮੇਰੇ ਕੋਲ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦਾ ਫੋਨ ਆ ਗਿਆ, ਮੈਨੂੰ ਬੁਲਾਇਆ। ਮੈਂ ਕਿਹਾ ਨਹੀਂ, ਮਰਨਾ ਤਾਂ ਮੈਂ ਹੈ ਹੀ ਹੈ, ਚਲੋ ਅੱਜ ਇੱਕ ਇਨਸਾਨ ਨੇ ਮੈਨੂੰ ਜਿਹਨਾਂ ਦੀ ਰਿਸਪੈਕਟ ਕਰਦਾ ਮੈਂ ਬੁਲਾਇਆ, ਮੈਂ ਜਾਇਆ ਨਾ। ਅਤੇ ਉਸ ਤੋਂ ਬਾਅਦ ਜੋ ਕੁਛ ਵੀ ਹੋਇਆ ਤੁਸੀਂ ਉਸ ਵੀਡੀਓ ਵਿੱਚ ਸੁਣ ਚੁੱਕੇ ਹੋ। ਉਹ ਕਹਿੰਦੇ ਨੇ ਉਸ ਤੋਂ ਬਾਅਦ ਅੱਜ ਉਹਨਾਂ ਦੀ ਵਰਡਿੰਗ ਸੀਗੀ ਕਿ ਉਹਨਾਂ ਦੇ ਚਿਹਰੇ, ਮੇਰੇ ਚਿਹਰੇ 'ਤੇ ਤੁਸੀਂ ਕਦੇ ਗਮ ਨਹੀਂ ਦੇਖੋਗੇ, ਮੇਰੇ ਚਿਹਰੇ 'ਤੇ ਤੁਸੀਂ ਕਦੇ ਉਦਾਸੀ ਨਹੀਂ ਦੇਖੋਗੇ, ਹਮੇਸ਼ਾ ਮੇਰਾ ਚਿਹਰਾ ਮੁਸਕਰਾਉਂਦਾ ਦੇਖੋਗੇ। ਕਿਵੇਂ ਹੋਇਆ ਇਹ ਚਮਤਕਾਰ? ਕਿਸ ਤਰੀਕੇ ਦੇ ਨਾਲ ਜਿਹੜਾ ਇਹ ਐਡੀ ਕਿਹੜੀ ਗੱਲ ਜਿਹੜੀ ਉਹਦੇ ਵਿੱਚ ਆ ਗਈ ਬੰਦੇ ਦੇ ਵਿੱਚ ਕਿ ਜਿਹੜਾ ਉਹ ਆਤਮ ਹੱਤਿਆ ਕਰਨ ਜਾ ਰਿਹਾ ਸੀ ਅਤੇ ਅੱਜ ਉਹ ਕਹਿੰਦਾ ਕਿ ਮੇਰੇ ਚਿਹਰੇ 'ਤੇ ਤੁਸੀਂ ਕਦੇ ਜਿਹੜੀ ਉਹ ਤੁਸੀਂ ਗਮ ਨਹੀਂ ਦੇਖੋਗੇ, ਕਦੇ ਤੁਸੀਂ ਪਰੇਸ਼ਾਨੀ ਨਹੀਂ ਦੇਖੋਗੇ। ਕੀ ਕਾਰਨ ਰਹੇ ਨੇ? ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੀ ਉਹ ਬਾਰ-ਬਾਰ ਤਾਰੀਫ ਕਰਦੇ ਨੇ ਕਿ ਮੈਂ ਜੋ ਕੁਛ ਵੀ ਮੈਨੂੰ ਉਹਨਾਂ ਨੇ ਕੀਤਾ, ਜੋ ਅੱਜ ਮੈਂ ਹਾਂ, ਉਹ ਸਾਰਾ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੀ ਮੋਟੀਵੇਸ਼ਨ ਦੇ ਸਦਕਾ ਹਾਂ। ਕੀ ਇਹੋ ਜਿਹੀ ਮੋਟੀਵੇਸ਼ਨ ਤੁਹਾਨੂੰ ਵੀ ਦੇ ਸਕਦੇ ਨੇ? ਆਪਾਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ-ਬਹੁਤ ਸਵਾਗਤ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਨਾਗੀ ਸਾਹਿਬ ਦਾ ਬੜਾ ਸ਼ੌਕਿੰਗ ਵਾਲਾ ਜਿਹੜਾ ਸੀਗਾ ਉਹ ਉਹਨਾਂ ਦੀ ਸਟੋਰੀ ਸੀਗੀ ਕਿ ਉਹ ਆਤਮ ਹੱਤਿਆ ਕਰਨ ਜਾ ਰਹੇ ਸੀ। ਉਸੇ ਦਿਨ ਤੁਹਾਡਾ ਫੋਨ ਆਇਆ ਸੀ, ਕਹਿੰਦਾ ਮੈਂ ਆਤਮ ਹੱਤਿਆ ਕਰਨ ਜਾ ਰਿਹਾ ਸੀ, ਉਸੇ ਦਿਨ ਮੇਰੇ ਕੋਲ ਫੋਨ ਆਇਆ ਅਤੇ ਮੇਰੀ ਜਿਹੜੀ ਜ਼ਿੰਦਗੀ ਬਦਲ ਗਈ। ਅੱਜ ਉਹਨਾਂ ਨੇ ਲਾਸਟ ਵੀਡੀਓ 'ਚ ਮੇਰੇ ਨਾਲ ਗੱਲ ਕੀਤੀ ਸੀ ਕਿ ਮੈਨੂੰ ਤੁਸੀਂ ਦੁਬਾਰਾ ਕਦੇ ਅੱਜ ਮੈਨੂੰ ਹੁਣ ਕਦੇ ਉਦਾਸ ਨਹੀਂ ਦੇਖੋਗੇ ਅਤੇ ਕਦੇ ਮੇਰੇ ਚਿਹਰੇ ਦੇ ਉੱਤੇ ਜਿਹੜੀ ਉਹ ਤੁਹਾਨੂੰ ਦੁੱਖ ਨਹੀਂ ਨਜ਼ਰ ਆਏਗਾ, ਹਮੇਸ਼ਾ ਮੈਨੂੰ ਮੁਸਕਰਾਉਂਦੇ ਦੇਖੋਗੇ। ਇਹ ਚਮਤਕਾਰ ਕਿਵੇਂ ਹੋਇਆ? ਕੀ ਹੋਰ ਵੀ ਇਸ ਤਰ੍ਹਾਂ ਦੇ ਚਮਤਕਾਰ ਦੇ ਵਿੱਚੋਂ ਲੰਘ ਸਕਦੇ ਨੇ? ਜੀ ਬਿਲਕੁਲ, ਕਾਫੀ ਪਰਿਵਾਰਾਂ ਦੇ ਜੀਵਨ 'ਚ ਬਦਲਾਅ ਆਇਆ ਹੈ। ਚਮਤਕਾਰ ਇਹਨੂੰ ਕਹਿ ਸਕਦੇ ਹਾਂ ਆਪਾਂ, ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਐਕਸਪੈਕਟ ਨਹੀਂ ਕਰਦੇ, ਅਗਰ ਉਹ ਵਾਪਰ ਜਾਵੇ, ਜਿਹੜੀ ਕਿ ਸਾਡੇ ਜੀਵਨ ਦੇ ਹੱਕ 'ਚ ਹੋਵੇ ਤਾਂ ਉਹ ਚਮਤਕਾਰ ਅਸੀਂ ਇਹਨੂੰ ਕਹਿੰਦੇ ਹਾਂ। ਜਿਹੜੀ ਹੱਕ 'ਚ ਨਾ ਹੋਵੇ ਉਹਨੂੰ ਅਸੀਂ ਦੁਰਘਟਨਾ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਇਹਦੇ ਪਿੱਛੇ ਮੇਜਰ ਚੀਜ਼ ਹੈਗੀ ਕਿ ਆਪਾਂ ਹਮੇਸ਼ਾ ਹੀ ਆਪਾਂ ਬਹੁਤ ਸਾਰੀ ਵੀਡੀਓ 'ਚ ਦੱਸਿਆ ਕਿ ਸਾਡਾ ਜਿਹੜੀ ਫਸਟ ਜਿਹੜਾ ਪ੍ਰੋਡਕਟ ਹੈ ਉਹ ਇਨਫੋਰਮੇਸ਼ਨ ਹੈ, ਉਹ ਗਿਆਨ ਹੈ, ਉਹ ਕੋਈ ਫਿਜ਼ੀਕਲੀ ਪ੍ਰੋਡਕਟ ਨਹੀਂ, ਕੋਈ ਗੋਲੀਆਂ, ਕੈਪਸੂਲ, ਜੂਸ ਇਹ ਨਹੀਂ ਹੈ। ਤਾਂ ਮੋਟੀਵੇਸ਼ਨ ਸ਼ਬਦ ਤੁਸੀਂ ਯੂਜ਼ ਕੀਤਾ, ਦੋ ਚੀਜ਼ਾਂ ਨਾਲ ਇਨਸਾਨ ਗਰੋ ਕਰਦਾ ਹੈ, ਐਜੂਕੇਸ਼ਨ ਔਰ ਮੋਟੀਵੇਸ਼ਨ। ਬਟ ਮੋਟੀਵੇਸ਼ਨ ਇਜ਼ ਅ ਟੈਂਪਰੇਰੀ, ਐਜੂਕੇਸ਼ਨ ਇਜ਼ ਅ ਪਰਮਾਨੈਂਟ। ਠੀਕ ਹੈ, ਲੇਕਿਨ ਮੋਟੀਵੇਸ਼ਨ ਤੁਹਾਨੂੰ ਬਾਊਂਸ ਬੈਕ ਕਰਨ ਦੇ ਲਈ ਬਹੁਤ ਜ਼ਿਆਦਾ ਪ੍ਰੇਰਿਤ ਕਰਦੀ ਆ। ਪੁਰਾਣੇ ਸਮਿਆਂ 'ਚ ਪਹਿਲਾਂ ਜਦੋਂ ਇੱਕ ਜੁਆਇੰਟ ਫੈਮਲੀਜ਼ ਹੁੰਦੀਆਂ ਸੀ, ਬੱਚੇ ਆਪਣੀ ਦਾਦੀ ਤੋਂ, ਕੋਈ ਨਾਨੀ ਤੋਂ ਕਹਾਣੀਆਂ ਸੁਣਦੇ ਸੀ। ਠੀਕ ਆ, ਔਰ ਉਹਨਾਂ ਕਹਾਣੀਆਂ 'ਚ ਦਾਦੀਆਂ ਔਰ ਸਾਡੀਆਂ ਨਾਨੀਆਂ ਅੱਛੇ ਯੋਧਿਆਂ, ਸੂਰਵੀਰ ਦੀਆਂ
ਕਹਾਣੀਆਂ ਸੁਣਾਇਆ ਕਰਦੀ ਸੀ ਔਰ ਉਹਨਾਂ ਨੂੰ ਸੁਣ ਕੇ ਬੱਚੇ ਵੀ ਪ੍ਰੇਰਿਤ ਹੁੰਦੇ ਸੀ ਔਰ ਉਧਰ ਨੂੰ ਮੂਵ ਕਰਦੇ ਸੀ। ਠੀਕ ਹੈ, ਉਹ ਮੋਟੀਵੇਸ਼ਨਲ ਸੀ ਸਾਰੀਆਂ ਗੱਲਾਂ ਹੁੰਦੀਆਂ ਸੀ, ਕਿਉਂਕਿ ਕੋਈ ਵੀ ਸਿਆਣਾ ਬੰਦਾ ਆਪਣੇ ਬੱਚੇ ਨੂੰ ਨੈਗੇਟਿਵ ਜਾਂ ਕਮਜ਼ੋਰ ਕਰਨ ਵਾਲੀ ਕਹਾਣੀ ਨਹੀਂ ਸੁਣਾਉਂਦਾ ਹੁੰਦਾ ਸੀ। ਠੀਕ ਹੈ, ਹਮੇਸ਼ਾ ਚੜ੍ਹਦੀ ਕਲਾ ਵਾਲੀ ਕਹਾਣੀ ਸੁਣਾਉਂਦੇ ਜਿਹਦੇ ਨਾਲ ਬੱਚੇ ਪ੍ਰੇਰਿਤ ਹੁੰਦੇ ਸੀ ਔਰ ਅੱਗੇ ਦਲੇਰ ਬਣ ਕੇ ਨਿਕਲਦੇ ਸੀ। ਅੱਜ ਉਹ ਚੀਜ਼ਾਂ ਖਤਮ ਹੋ ਗਈਆਂ ਨੇ, ਬੰਦ ਹੋ ਗਈਆਂ ਨੇ। ਅੱਜ ਸਾਡੀ ਕਾਉਂਸਲਿੰਗ ਕੌਣ ਕਰ ਰਿਹਾ? ਮੋਬਾਈਲ ਕਾਉਂਸਲਿੰਗ ਕੌਣ ਕਰ ਰਿਹਾ? ਟੀਵੀ ਕਾਉਂਸਲਿੰਗ ਕੌਣ ਕਰ ਰਿਹਾ? ਨਿਊਜ਼ ਕਾਉਂਸਲਿੰਗ ਕੌਣ ਕਰ ਰਿਹਾ? ਅਖਬਾਰਾਂ। ਠੀਕ ਹੈ, ਅੱਜ ਹੀ ਸਾਡੇ ਕਾਉਂਸਲਰ ਹੋ ਗਏ ਨੇ ਜਿਹੜੇ ਕਿ ਜਿਨ੍ਹਾਂ ਦੇ ਕੋਲ ਜਿਹੜਾ ਕੰਟੈਂਟ ਹੈ ਉਹ ਪੂਰੇ ਦਾ ਪੂਰਾ ਨੈਗੇਟਿਵ ਕੰਟੈਂਟ ਹੈ। ਠੀਕ ਹੈ, ਮੈਂ ਅਕਸਰ ਇੱਕ ਚੀਜ਼ ਕਹਿਣਾ ਹੁੰਦਾ ਕਿ ਦੁਰਘਟਨਾ ਅਗਰ ਕਿਤੇ ਘਟ ਰਹੀ ਹੈ ਔਰ ਉਹਨੂੰ ਦਿਖਾਇਆ ਜਾ ਰਿਹਾ ਤਾਂ ਉਹ ਇਹ ਨਹੀਂ ਹੈਗਾ ਕਿ ਦੁਰਘਟਨਾ ਇਸ ਸਦੀ 'ਚ ਹੀ ਘਟ ਰਹੀ ਹੈ। ਦੁਰਘਟਨਾਵਾਂ ਤਾਂ ਸ਼ੁਰੂ ਤੋਂ ਇਨਸਾਨ ਬਣਿਆ ਘਟਦੀਆਂ ਹੀ ਜਾ ਰਹੀਆਂ ਨੇ। ਪਰ ਜੇ ਤੁਸੀਂ ਇੱਕ ਜੰਮਦੇ ਬੱਚੇ ਨੂੰ ਜਾਂ ਪਹਿਲੇ 3 ਸਾਲ ਜਾਂ 4 ਸਾਲ ਜਾਂ 10 ਸਾਲ ਤੋਂ ਛੋਟੇ ਬੱਚੇ ਨੂੰ ਦੁਰਘਟਨਾ ਦੀ ਜਾਣਕਾਰੀ ਜ਼ਿਆਦਾ ਦਿਓਗੇ ਤਾਂ ਉਹਦੇ ਅੰਦਰ ਜ਼ਿੰਦਗੀ ਨੂੰ ਜਿਉਣ ਦੀ ਇੱਛਾ ਆਪਣੇ ਆਪ ਖਤਮ ਹੋ ਜਾਏਗੀ। ਸੋ ਜਦੋਂ ਖਾਸ ਕਰਕੇ 18 ਸਾਲ 20 ਸਾਲ ਤੱਕ ਜਦੋਂ ਬੱਚਾ ਆਪਣੇ ਘਰ ਦੀਆਂ ਦੀਵਾਰਾਂ ਦੇ ਅੰਦਰ ਹੁੰਦਾ ਹੈ ਤਾਂ ਉਹਨੂੰ ਬਾਹਰ ਦਾ ਕੁਝ ਨਹੀਂ ਪਤਾ ਹੁੰਦਾ, ਤਾਂ ਉਸ ਟਾਈਮ 'ਤੇ ਕਮ ਸੇ ਕਮ ਅਸੀਂ ਉਹਨੂੰ ਇੱਕ ਪੋਜ਼ੀਟਿਵ ਸਟੋਰੀਆਂ ਦੇ ਨਾਲ, ਪੋਜ਼ੀਟਿਵ ਕਾਉਂਸਲਿੰਗ ਦੇ ਨਾਲ ਅਗਰ ਅਸੀਂ ਉਹਦੀ ਪ੍ਰੋਗਰਾਮਿੰਗ ਕਰਦੇ ਹਾਂ ਤਾਂ ਜਦੋਂ ਉਹ ਘਰ ਦੀਆਂ ਦੀਵਾਰਾਂ ਨੂੰ ਕ੍ਰਾਸ ਕਰੇਗਾ, ਘਰ ਦੇ ਦਰਵਾਜ਼ੇ 'ਚੋਂ ਬਾਹਰ ਜਾਏਗਾ, ਜਿੱਥੇ ਉਹ ਇਕੱਲਾ ਹੀ ਹੋਏਗਾ, ਉਹਦੇ ਨਾਲ ਉਹਦਾ ਮੈਂਬਰ ਨਹੀਂ ਕਰਦਾ ਹੋਏਗਾ, ਉੱਥੇ ਉਹ ਜਿਹੜੀ ਤੁਸੀਂ 15 ਸਾਲ 18 ਸਾਲ ਉਹਦੀ ਕਾਉਂਸਲਿੰਗ ਘਰੇ ਕੀਤੀ ਹੋਏਗੀ ਉਹ ਉੱਥੇ ਉਹਦੇ ਨਾਲ ਖੜਦੀ ਹੈ। ਠੀਕ ਹੈ, ਬਟ ਇਹ ਸਵਾਲ ਹੈ ਸਾਰਿਆਂ ਵਾਸਤੇ ਕਿ ਅੱਜ ਅਸੀਂ ਆਪਣੇ ਬੱਚੇ ਦੀ ਕਾਉਂਸਲਿੰਗ ਕਿਸ ਤਰ੍ਹਾਂ ਕਰ ਰਹੇ ਹੈਗੇ ਹਾਂ। ਸੋ ਉਹੀ ਚੀਜ਼ ਅਸੀਂ ਕਰਦੇ ਹਾਂ ਇੱਥੇ। ਠੀਕ ਹੈ, ਅਸੀਂ ਹਰ ਨੈਗੇਟਿਵ ਇਨਸਾਨ ਦੀ ਜਿਹੜੀ ਉਹਦੀ ਜਿਹੜਾ ਕਾਰਨ ਹੁੰਦਾ ਰੀਜ਼ਨ, ਉਸ ਕਾਰਨ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਉਹਦੇ ਨਾਲ ਫਿਰ ਕਾਉਂਸਲਿੰਗ ਕੀਤੀ ਜਾਂਦੀ ਆ। ਔਰ ਅਕਸਰ ਅਸੀਂ ਆਪਣੀ ਸਾਇੰਸ ਕਲਾਸਿਸ ਦੇ ਵਿੱਚ ਵੀ ਇਸ ਸੈਸ਼ਨ ਨੂੰ ਕਰਦੇ ਹਾਂ ਕਿ ਜੀਵਨ ਦੇ ਵਿੱਚ ਹਮੇਸ਼ਾ ਹਰ ਚੀਜ਼ ਦੀ ਨਾ ਇੱਕ ਤਰਤੀਬ ਹੈ। ਠੀਕ ਹੈ, ਉਹਨੂੰ ਬੇਤਰਤੀਬਾ ਅਸੀਂ ਕਰਦੇ ਹਾਂ ਤਾਂ ਛੋਟੀ ਜਿਹੀ ਚੀਜ਼ ਵੀ ਖਿੱਲਰ ਜਾਂਦੀ ਹੈ, ਖਿੰਡ ਜਾਂਦੀ ਹੈ ਔਰ ਉਲਝਣ ਬਣ ਜਾਂਦੀ ਹੈ। ਆਪਾਂ ਪਤੰਗ ਉਡਾਉਂਦੇ ਹਾਂ, ਠੀਕ ਹੈ, ਬੈਕ ਸਾਈਡ 'ਤੇ ਇੱਕ ਪਿੰਨਾ ਘੁੰਮ ਰਿਹਾ ਹੁੰਦਾ। ਠੀਕ ਹੈ, ਜੇ ਤਾਂ ਉਹ ਪਤੰਗ ਉਡਾਉਂਦੇ ਟਾਈਮ ਉਸ ਤੋਂ ਬਾਅਦ ਪਤੰਗ ਨੂੰ ਜਦੋਂ ਉਤਾਰਦੇ ਹਾਂ ਆਪਾਂ, ਜੇ ਤਾਂ ਇੱਕ ਬੰਦਾ ਪਿੱਛੇ ਉਹਨੂੰ ਇਕੱਠਾ ਕਰ ਰਿਹਾ, ਲਪੇਟ ਰਿਹਾ, ਫਿਰ ਤਾਂ ਸਾਰੀ ਚੀਜ਼ ਮੈਨੇਜ ਹੋ ਗਈ। ਅਤੇ ਜੇ ਉਹਨੂੰ ਉਸ ਟਾਈਮ 'ਤੇ ਕੋਈ ਲਪੇਟ ਨਹੀਂ ਰਿਹਾ, ਮੈਨੇਜ ਨਹੀਂ ਕਰ ਰਿਹਾ, ਤਾਂ ਉਹਨੂੰ ਅਸੀਂ ਪਤੰਗ ਉਤਾਰ 'ਤੇ ਲਵਾਂਗੇ, ਲੇਕਿਨ ਬਾਅਦ ਵਿੱਚ ਗੁੰਝਲਾ ਕੱਢਦੇ ਪਤਾ ਨਹੀਂ 2 ਦਿਨ ਲੱਗ ਜਾਣੇ। ਸੋ ਇਹੀ ਚੀਜ਼ ਲਾਈਫ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ। ਸੋ ਕਹਿਣ ਦਾ ਮਤਲਬ ਹੈਗਾ ਕਿ 2-3 ਚੀਜ਼ਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਕੁਲਵੰਤ ਜੀ ਜੀਵਨ ਦੇ ਵਿੱਚ। ਇਹ ਨਾ ਕਿ ਇਕੱਲੇ ਪੇਸ਼ੈਂਟ ਵਾਸਤੇ, ਇਹ ਰੋਜ਼ਮर्रा ਲਾਈਫ ਦੇ ਵਿੱਚ ਸਾਡੀ ਸਾਰੀ ਪਰਸਨਲ ਜੀਵਨ ਦੇ ਵਿੱਚ ਇਹ 3-4 ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਹੜੇ ਇੱਕ ਸਿਲੇਬਸ ਦਾ ਰੂਪ ਹੈ। ਠੀਕ ਹੈ, ਚਾਹੇ ਤੁਸੀਂ ਇੱਕ ਸ਼ਾਪਕੀਪਰ ਹੋ, ਚਾਹੇ ਤੁਸੀਂ ਇੱਕ ਜੌਬ ਸੀਕਰ ਹੋ, ਠੀਕ ਹੈ, ਚਾਹੇ ਤੁਸੀਂ ਕੋਈ ਟੀਚਰ ਹੋ, ਚਾਹੇ ਤੁਸੀਂ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਹੋ, ਤਾਂ ਇਹ 4 ਚੀਜ਼ਾਂ ਸਭ 'ਤੇ ਲਾਗੂ ਹੁੰਦੀਆਂ ਨੇ। ਇਹ ਯੂਨੀਵਰਸਲ ਨੇ ਜਿਹੜੀਆਂ ਅਸੀਂ ਸਭ ਨੂੰ ਗਾਈਡ ਕਰਦੇ ਹਾਂ ਔਰ ਉੱਠਣ ਲਈ, ਬਾਉਂਸ ਬੈਕ ਕਰਨ ਲਈ ਉਹਨਾਂ ਨੂੰ ਇਸ ਮੋਡਿਊਲ ਬਾਰੇ ਸਮਝਾਉਂਦੇ ਹਾਂ। ਸਭ ਤੋਂ ਪਹਿਲੀ ਚੀਜ਼ ਹੁੰਦੀ ਆ ਮਿਸ਼ਨ, ਜਿਹਨੂੰ ਆਪਾਂ ਸਿੰਪਲ ਭਾਸ਼ਾ 'ਚ ਗੋਲ ਕਹਿ ਸਕਦੇ ਹਾਂ। ਠੀਕ ਹੈ, ਔਰ ਆਪਾਂ ਜਦੋਂ ਕੋਈ ਚਿੱਠੀ ਪੱਤਰ ਲਿਖਦੇ ਸੀ ਉਹ 'ਤੇ ਐਡਰੈਸ ਦਿੰਦੇ ਸੀ, ਉਹ ਫਿਰ ਹੀ ਆਪਣੀ ਸਹੀ ਟਿਕਾਣੇ 'ਤੇ ਪਹੁੰਚਦਾ ਸੀ। ਠੀਕ ਹੈ, ਅੱਛਾ, ਜੇ ਅਗਰ ਕਿਸੇ ਚਿੱਠੀ ਪੱਤਰ 'ਤੇ ਆਪਾਂ ਐਡਰੈਸ ਨਹੀਂ ਦਿੰਦੇ ਤਾਂ ਉਹ ਕਿੱਥੇ ਪਹੁੰਚਦਾ? ਕੂੜੇਦਾਨ 'ਚ ਵਾਪਸ ਆ ਜਾਂਦਾ। ਸੇਮ ਸਾਡਾ ਜੀਵਨ ਹੈ। ਅਗਰ ਅਸੀਂ ਆਪਣੇ ਜੀਵਨ ਦੀ ਕਿਤਾਬ ਦੇ ਉੱਤੇ ਕੁਛ ਗੋਲ ਨਹੀਂ ਨਾ ਲਿਖਿਆ ਹੋਇਆ ਤਾਂ ਇਹ ਉਸ ਚਿੱਠੀ ਪੱਤਰ ਦੀ ਤਰ੍ਹਾਂ ਹੀ ਹੁੰਦਾ ਜਿੱਥੇ ਕੋਈ ਐਡਰੈਸ ਨਹੀਂ ਹੈਗਾ। ਠੀਕ ਹੈ, ਇਸੇ ਕਰਕੇ ਅਸੀਂ ਅੱਜ ਉੱਥੇ ਹੁੰਦੇ ਹਾਂ ਜਿੱਥੇ ਅਸੀਂ ਸੋਚਿਆ ਹੀ ਨਹੀਂ ਸੀ। ਅੱਛਾ, ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ ਉਹ ਐਡਰੈਸ ਅਸੀਂ ਦਿੱਤਾ ਹੀ ਨਹੀਂ। ਠੀਕ ਹੈ, ਤਾਂ ਉਹ ਲਾਈਫ ਉੱਥੇ ਹੀ ਘੁੰਮ ਰਹੀ ਹੁੰਦੀ ਚਾਰ ਦੁਆਲੇ। ਔਰ ਤੋਂ ਬਿਨਾਂ ਮਿਸ਼ਨ ਤੋਂ, ਬਿਨਾਂ ਗੋਲ ਤੋਂ ਅਗਰ ਅਸੀਂ ਕੁਛ ਚੀਜ਼ ਆਪਣੇ ਜੀਵਨ ਨੂੰ ਡਿਜ਼ਾਈਨ ਕਰ ਰਹੇ ਹਾਂ ਤਾਂ ਇਹ ਉਸ ਫੁੱਟਬਾਲ ਟੀਮ ਵਰਗਾ ਸੀਨ ਹੋ ਜਾਂਦਾ ਹੈ ਕਿ ਉਹ ਕਹਿੰਦੇ 2 ਟੀਮਾਂ ਖੇਡ ਰਹੀਆਂ ਸੀ, 2 ਘੰਟੇ ਖੇਡਦੇ ਰਹੀਆਂ, 4 ਘੰਟੇ ਖੇਡ ਰਹੀਆਂ, 6 ਘੰਟੇ ਖੇਡੀਆਂ, ਪੂਰਾ ਦਿਨ ਖੇਡਦੇ ਰਹੀਆਂ ਔਰ ਕੋਈ ਵੀ ਕਿਸੇ ਨੂੰ ਹਰਾ ਨਹੀਂ ਪਾਇਆ। ਕਿਉਂਕਿ ਕਿਸੇ ਪਾਸੇ ਵੀ ਗੋਲ ਪੋਸਟ ਨਹੀਂ ਸੀ। ਠੀਕ ਹੈ, ਤਾਂ ਗੋਲ ਕਰਦੇ ਕਿੱਥੇ? ਤਾਂ ਉਹ ਸੇਮ ਹੀ ਜੀਵਨ ਹੈ, ਗੋਲ ਪੋਸਟ ਹੀ ਨਹੀਂ ਹੈਗਾ ਸਾਡੇ ਕੋਲ। ਤਾਂ ਹਰ ਐਂਗਲ 'ਤੇ ਗੋਲ ਚਾਹੀਦਾ। ਚਾਹੇ ਐਜ਼ ਏ ਪੇਸ਼ੈਂਟ ਆਪਾਂ, ਤਾਂ ਉੱਥੇ ਵੀ ਗੋਲ ਚਾਹੀਦਾ। ਪੇਸ਼ੈਂਟ 15 ਸਾਲ ਦੇ ਸਾਡਾ ਰੋਗ ਹੈ ਤਾਂ ਸਾਨੂੰ ਉੱਥੇ ਵੀ ਗੋਲ ਬਣਾਉਣਾ ਪਏਗਾ ਵੀ ਹੁਣ ਜਿਹੜੇ 15 ਸਾਲ ਜੀਵਨ ਦੇ ਗੁਜ਼ਰ ਗਏ, ਲੇਕਿਨ ਹੁਣ ਮੈਂ ਗੋਲ ਬਣਾਉਂਗੇ। ਅਗਰ ਡਾਕਟਰ ਸਾਹਿਬ ਨੇ ਕਿਹਾ ਹੈਗਾ ਕਿ ਮੇਰਾ ਜਿਹੜਾ ਰੋਗ ਹੈ ਉਹ 6 ਮਹੀਨੇ 'ਚ ਠੀਕ ਹੋਣ ਵਾਲਾ ਹੈ ਤਾਂ ਮੈਂ ਛੋਟੇ ਗੋਲ ਬਣਾ ਕੇ ਚੱਲੂੰਗੀ। ਠੀਕ ਹੈ, ਨਾ ਕਿ ਮੈਂ ਐਕਸਪੈਕਟ ਕਰਾਂਗੇ ਜੀ ਇਹ ਗੋਲ 90 ਦਿਨ 'ਚ ਠੀਕ ਹੋ ਜਾਵੇ। ਤਾਂ ਇਹ ਜਿਹੜੀ ਸਮੱਸਿਆ ਮੇਰੀ, ਤਾਂ ਛੋਟੇ ਗੋਲ ਦਾ ਮਤਲਬ ਇਹ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਉਹਨੇ ਫੂਡ ਮੈਨੇਜ ਕਰਨਾ ਹੈ, ਫਿਰ ਉਹਨੇ ਆਪਣੀ ਐਕਸਰਸਾਈਜ਼ ਸੈੱਟ ਕਰਨੀ ਹੈ, ਉੱਠਣਾ ਸਹੀ ਕਰਨਾ ਹੈ, ਆਪਣੇ ਚੰਗੇ ਫੂਡ ਨੂੰ ਐਡ ਕਰਨਾ ਆਪਣੇ ਜੀਵਨ ਦੇ ਵਿੱਚ, ਚੰਗੀਆਂ ਵਿਚਾਰ ਨਾਲ ਜੁੜਨਾ ਹੈਗਾ। ਤਾਂ ਇਹ ਸਾਰਾ ਗੋਲ ਦਾ ਹੀ ਪਾਰਟ ਹੈਗਾ। ਜੇ ਆਪਾਂ ਵੈਸੇ ਹੀ ਫਾਈਨੈਂਸ਼ੀਅਲੀ ਜੀਵਨ 'ਚ ਵੀ ਝਾਤੀ ਮਾਰੀਏ ਉੱਥੇ ਵੀ ਸਾਨੂੰ ਗੋਲ ਬਣਾ ਕੇ ਚੱਲਣਾ ਪੈਂਦਾ ਕਿ ਜੇ ਮੈਨੂੰ ਜੋ ਮੇਰੇ ਪਰਿਵਾਰ ਨੇ ਪੜ੍ਹਾਇਆ ਲਿਖਾਇਆ, ਹੁਣ ਕਮਾਂਡ ਜੇ
ਮੇਰੇ ਹੱਥ ਆਈ ਹੈ ਤਾਂ ਮੈਂ ਗੋਲ ਡਿਜ਼ਾਈਨ ਕਰਾਂ, ਮੈਂ ਕਿੱਥੋਂ ਚੱਲਿਆ, ਤਾਂ ਜੋ ਜੇ ਮੈਂ 5 ਸਾਲ ਬਾਅਦ ਵੀ ਆਪਣਾ ਹਿਸਾਬ ਕਿਤਾਬ ਕਰਾਂ ਤਾਂ ਮੈਨੂੰ ਇਹ ਪਤਾ ਹੋਵੇ ਮੈਂ ਕਿੱਥੋਂ ਚੱਲਿਆ ਸੀ, ਕਿੱਥੇ ਪਹੁੰਚਿਆ। ਤਾਂ ਸਾਡੇ ਕੋਲ ਗੋਲ ਹੀ ਨਹੀਂ ਹੈਗਾ ਜੀਵਨ ਦੇ। ਕਦੋਂ ਅਸੀਂ 20 ਤੋਂ 30 ਦੇ ਹੋ ਗਏ, ਕਦੋਂ 30 ਤੋਂ 40 ਦੇ ਹੋ ਗਏ, ਔਰ 40 ਤੋਂ ਬਾਅਦ ਤਾਂ ਮੂਵੀ ਦਾ ਇੰਟਰਵੈਲ ਹੋ ਚੁੱਕਿਆ ਹੁੰਦਾ ਹੈ। 25-30 ਸਾਲ ਦੀ ਮੂਵੀ ਦਾ ਇੰਟਰਵੈਲ ਹੋ ਚੁੱਕਿਆ ਤਾਂ ਉਹ ਜਿਹੜੀ ਲੰਘ ਚੁੱਕਾ ਜਿਹੜੀ ਮੂਵੀ ਹੁੰਦੀ ਹੈ ਉਹ ਫੇਲ ਹੋ ਚੁੱਕੀ ਹੁੰਦੀ ਹੈ। ਅਤੇ ਜੇ ਬਾਕੀ ਬਚੀ ਮੂਵੀ ਨੂੰ ਅਸੀਂ ਸੁਪਰ ਹਿੱਟ ਕਰਨਾ ਹੈ ਤਾਂ ਸਾਨੂੰ ਉਹ ਆਦਤਾਂ ਛੱਡਣੀਆਂ ਪੈਂਦੀਆਂ ਨੇ ਜਿਹੜੀਆਂ ਅਸੀਂ ਫਲੋਪ ਹੋਈ ਮੂਵੀ 'ਚ ਕੀਤੀਆਂ ਸੀ। ਉਹ ਐਕਟਿੰਗ ਸਾਨੂੰ ਅਗਲੀ ਮੂਵੀ ਦੀ ਫਿਰ ਡਿਜ਼ਾਈਨਿੰਗ ਅੱਛੀ ਕਰਨੀ ਪਏਗੀ, ਉਹ 'ਚ ਚੰਗੀ ਐਕਟਿੰਗ ਕਰਨੀ ਪਏਗੀ, ਚੰਗਾ ਕਿਰਦਾਰ ਨਿਭਾਉਣਾ ਪਏਗਾ, ਤਾਂ ਜਾ ਕੇ ਰਹਿੰਦੀ ਹੋਈ ਜਿਹੜੀ ਮੂਵੀ ਅਸੀਂ ਸੁਪਰ ਹਿੱਟ ਕਰ ਸਕਦੇ ਹਾਂ। ਜੀਵਨ ਵੀ ਉਸੇ ਤਰ੍ਹਾਂ। ਸੋ ਗੋਲ ਹੋਣਾ ਬੜਾ ਜ਼ਰੂਰੀ ਹੈ। ਮਿਸ਼ਨ, ਅੱਛਾ ਫਿਰ ਉਸ ਗੋਲ ਨੂੰ ਤੁਸੀਂ ਮਿਸ਼ਨ 'ਚ ਕਨਵਰਟ ਕਰਨਾ ਹੈ। ਹਮੇਸ਼ਾ ਗੋਲ ਇੰਡੀਵਿਜੂਅਲੀ ਹੁੰਦਾ ਹੈ, ਔਰ ਜਦੋਂ ਅਸੀਂ ਸਰਬੱਤ ਦੇ ਭਲੇ ਲਈ ਕੁਛ ਕੰਮ ਕਰਦੇ ਹੋ ਮਿਸ਼ਨ ਬਣ ਜਾਂਦਾ ਹੈ। ਠੀਕ ਹੈ, ਗੋਲ ਮੰਨ ਲਓ ਗੋਲ ਹੋ ਸਕਦਾ ਹੈ ਕਿ ਆਪਾਂ ਗੋਲ, ਮੈਂ ਇੰਡੀਵਿਜੂਅਲੀ ਗੋਲ ਲਵਾਂ ਕਿ ਮੇਰੇ ਕੋਲ ਅੱਛਾ ਘਰ ਹੋਵੇ, ਉਹ ਮੇਰਾ ਆਪਣਾ ਗੋਲ ਹੈ ਨਾ। ਮੇਰੇ ਕੋਲ ਅੱਛੀ ਗੱਡੀ ਹੋਵੇ, ਮੇਰਾ ਆਪਣਾ ਗੋਲ ਹੈ। ਮੈਂ ਇੰਨੇ ਅਰਨਿੰਗ ਕਰਾਂ, ਮੇਰਾ ਆਪਣਾ ਗੋਲ ਹੈ। ਲੇਕਿਨ ਉਸੇ ਚੀਜ਼ ਨੂੰ ਅਗਰ ਮੈਂ ਸਿਮਿਲਰ ਸਾਰਿਆਂ ਲਈ ਹੀ ਸੋਚਾਂ ਤਾਂ ਮਿਸ਼ਨ ਬਣ ਗਿਆ। ਹੁਣ ਉਹ ਗੋਲ ਨਹੀਂ ਰਹਿ ਜਾਂਦਾ, ਕਿਉਂਕਿ ਉੱਥੇ ਪੂਰੀ ਟੀਮ ਲਈ, ਪੂਰੇ ਵਾਲੇ ਸਾਰੇ ਲੋਕਾਂ ਦੇ ਲਈ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ, ਤੁਸੀਂ ਉਹਨਾਂ ਦੇ ਲਈ ਕਰ ਰਹੇ ਹੋ, ਉਹਨਾਂ ਦੇ ਲਈ ਸੋਚ ਰਹੇ ਹੋ, ਤਾਂ ਹੁਣ ਉਹ ਤੁਹਾਡਾ ਇੰਡੀਵਿਜੂਅਲੀ ਗੋਲ ਨਹੀਂ, ਉਹ ਮਿਸ਼ਨ 'ਚ ਕਨਵਰਟ ਹੋ ਗਿਆ। ਅੱਛਾ, ਜਦੋਂ ਚੀਜ਼ ਗੋਲ ਤੋਂ ਮਿਸ਼ਨ ਵਾਲੀ ਕੈਟਾਗਰੀ 'ਚ ਜਾਂਦੀ ਹੈ, ਉਸ ਤੋਂ ਬਾਅਦ ਨਾ ਤੁਹਾਨੂੰ ਉਹ ਕੰਮ ਕਰਦੇ ਥਕਾਵਟ ਹੁੰਦੀ ਹੈ, ਨਾ ਹੀ ਕੰਮ ਕਰਦੇ ਤੁਹਾਨੂੰ ਕੋਈ ਰੋਗ ਹੁੰਦਾ ਹੈ। ਫਿਰ ਉਸ ਚੀਜ਼ ਨੂੰ ਕਰਨ 'ਚ ਆਨੰਦ ਆਉਂਦਾ, ਕਿਉਂਕਿ ਤੁਹਾਨੂੰ ਕੁਦਰਤ ਦਾ ਬੜਾ ਫਿਕਸ ਜਿਹਾ ਸਿਸਟਮ ਹੈ। ਉਹ ਕੁਦਰਤ ਆਦਾਨ ਪ੍ਰਦਾਨ 'ਚ ਚੱਲਦੀ ਹੈ। ਉਹ ਕਦੀ ਵੀ ਨਾ ਦੇ ਆਦਾਨ ਤੇ ਨਾ ਹੀ ਪ੍ਰਦਾਨ 'ਚ ਚੱਲਦੀ ਹੈ। ਇਹਦੇ ਅੰਦਰ ਇੱਕ ਚੀਜ਼ ਜਾ ਰਹੀ ਹੈ, ਇੱਕ ਨਾਲ ਹੀ ਆ ਰਹੀ ਹੈ, ਇੱਕ ਜਾ ਰਹੀ ਹੈ, ਇੱਕ ਨਾਲ ਹੀ ਆ ਰਹੀ ਹੈ। ਇਨਸਾਨ ਉਦੋਂ ਉਲਝਦਾ ਹੈ, ਇਨਸਾਨ ਉਦੋਂ ਮਰਦਾ ਆਪਣੇ ਜੀਵਨ ਦੇ ਵਿੱਚ ਜਦੋਂ ਉਹ ਇੱਕ ਸਿੰਗਲ ਫਿਲਾਸਫੀ ਅਡਾਪਟ ਕਰਦਾ ਹੈ ਕਿ ਜੋ ਹੈ ਮੇਰੇ ਕੋਲ ਆ ਜਾਵੇ। ਠੀਕ ਹੈ, ਦੇਣਾ ਬੰਦ ਹੀ ਕਰਨਾ ਚਾਹੁੰਦਾ ਉਹ। ਕੁਦਰਤ ਨੇ ਐਵੇਂ ਕੁਝ ਬਣਾਇਆ ਹੀ ਨਹੀਂ। ਸਾਡੀ ਬਾਡੀ ਦਾ ਸਟਰਕਚਰ ਵੀ ਇਹ ਹੈ ਕਿ ਅਗਰ ਜਿਹੜੇ ਜਿੰਦਾ ਸੈੱਲ ਨੇ ਉਹ ਆਪਣੇ ਸਮੂਹ ਤੋਂ ਅਲੱਗ ਹੋ ਜਾਣ ਤਾਂ ਉਹ ਕੈਂਸਰ ਸੈੱਲ 'ਚ ਕਨਵਰਟ ਹੋ ਜਾਂਦੇ ਨੇ। ਠੀਕ ਹੈ, ਉਹਨਾਂ ਟਾਈਮ ਹੀ ਜਿੰਦਾ ਸੈੱਲ ਨੇ ਜਿੰਨਾ ਟਾਈਮ ਉਹ ਆਪਸ 'ਚ ਜੁੜੇ ਹੋਏ ਨੇ, ਉਹਨਾਂ ਟਾਈਮ ਵੀ ਕੰਮ ਕਰਦੇ ਆ, ਫਿਰ ਬਾਡੀ ਚੱਲਦੀ ਹੈ। ਸੇਮ ਹੀ ਇਨਸਾਨ ਬਣਾਇਆ ਉਹਨੇ। ਠੀਕ ਹੈ, ਜੇ ਇਨਸਾਨ ਆਪਣੇ ਪਰਿਵਾਰ ਤੋਂ ਵੱਖ ਹੋ ਜਾਂਦਾ, ਅਗਰ ਇਨਸਾਨ ਰਿਸ਼ਤਿਆਂ ਤੋਂ ਵੱਖ ਹੋ ਜਾਂਦਾ, ਇਕੱਲਾ ਰਹਿਣ ਲੱਗ ਪੈਂਦਾ, ਤਾਂ ਉਹਨੂੰ ਗੋਲੀ ਮਾਰਨ ਦੀ ਲੋੜ ਨਹੀਂ, ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ, ਉਹ ਆਪਣੇ ਆਪ ਹੀ ਸੁਸਾਈਡ ਕਰ ਜਾਂਦਾ। ਇਹ ਸੁਭਾਅ ਹੀ ਉਹਨੇ, ਨੇਚਰ ਨੇ ਇਹਦੇ ਅੰਦਰ ਇਸ ਤਰ੍ਹਾਂ ਦਾ ਪਾਇਆ ਹੋਇਆ। ਵਾਪਸ ਅੱਛਾ, ਤੁਸੀਂ ਕਦੇ ਨੋਟ ਕੀਤਾ ਹੋਊਗਾ, ਆਪਾਂ ਜਦੋਂ ਡਿਪਰੈਸ ਹੁੰਦੇ ਹਾਂ, ਸਟਰੈਸਡ ਹੁੰਦੇ ਹਾਂ, ਤਾਂ ਮੋਸਟਲੀ ਆਪਾਂ ਉਹਨਾਂ ਦਿਨਾਂ 'ਚ ਇਕੱਲੇ ਹੁੰਦੇ ਹਾਂ। ਠੀਕ ਹੈ, ਅਗਰ ਉਹਨਾਂ ਦਿਨਾਂ 'ਚ ਤੁਸੀਂ ਇੱਕ ਅੱਛੇ ਸਮੂਹ ਜਾਂ ਅੱਛੇ ਦੋਸਤਾਂ ਜਾਂ ਅੱਛੇ ਪਰਿਵਾਰ ਜਾਂ ਅੱਛੇ ਮੈਂਬਰਾਂ 'ਚ ਬੈਠ ਜਾਓ, ਉਹ ਡਿਪਰੈਸ਼ਨ ਖਤਮ ਹੋ ਜਾਂਦੀ ਹੈ। ਜਾਂ ਕੋਈ ਅੱਛਾ ਕਾਉਂਸਲਰ ਮਿਲ ਜਾਏ ਤੁਹਾਨੂੰ ਨਾਲ, ਹਾਂ, ਅੱਛਾ ਕਾਉਂਸਲਰ ਮਿਲ ਜਾਏ ਤਾਂ ਡਿਪਰੈਸ਼ਨ ਖਤਮ ਹੋ ਜਾਂਦੀ ਹੈ। ਠੀਕ ਹੈ, ਤਾਂ ਕਿਉਂਕਿ ਸਾਨੂੰ ਨੇਚਰ ਨੇ ਬਣਾਏ। ਸੋ ਜੀਵਨ ਦੇ ਵਿੱਚ ਮਿਸ਼ਨ ਦਾ ਹੋਣਾ, ਗੋਲ ਦਾ ਹੋਣਾ ਬਹੁਤ ਜ਼ਰੂਰੀ ਹੈ। ਕੋਈ ਵੀ ਸੈਕਟਰ ਹੈ, ਚਾਹੇ ਆਪਾਂ ਐਜ਼ ਏ ਪੇਸ਼ੈਂਟ ਲਗਾ ਲਈਏ, ਚਾਹੇ ਆਪਾਂ ਐਜ਼ ਏ ਸਟੂਡੈਂਟ ਲਗਾ ਲਈਏ, ਚਾਹੇ ਆਪਾਂ ਐਜ਼ ਏ ਬਿਜ਼ਨਸਮੈਨ ਲਗਾ ਲਈਏ, ਗੋਲ ਅਤੇ ਮਿਸ਼ਨ ਤੋਂ ਬਿਨਾਂ ਸਭ ਚੀਜ਼ ਅਧੂਰੀਆਂ ਨੇ। ਟੱਕਰਾਂ ਨੇ ਜਿੰਨੀਆਂ ਮਰਜ਼ੀ ਮਾਰ ਲਓ, ਲੇਕਿਨ ਜੇ ਸ਼ੁਰੂਆਤ ਵਾਕਈ ਆਪਾਂ ਕਿਤੇ ਪਹੁੰਚਣਾ ਹੈ ਤਾਂ ਗੋਲ ਡਿਜ਼ਾਈਨ ਕੀਤਾ ਜਾਵੇ। ਔਰ ਗੋਲ ਡਿਜ਼ਾਈਨ ਕਰਨ ਦਾ ਸਭ ਤੋਂ ਪਹਿਲਾ ਨਿਯਮ ਹੁੰਦਾ ਹੈ ਕਿ ਗੋਲ ਨੂੰ ਲਿਖਿਆ ਜਾਵੇ। 99% ਲੋਕਾਂ ਦੀ ਪ੍ਰੋਬਲਮ ਪਤਾ ਕੀ ਹੈ, ਉਹ ਕਹਿੰਦੇ ਜੀ ਹਾਂ ਠੀਕ ਹੈ ਮੈਂ ਇਹ ਗੋਲ ਮਿਸ ਤਾਂ ਲੈਣਾ, ਹੋਏਗਾ ਕਿਵੇਂ? ਅੜਾ ਕਿਵੇਂ ਵਾਲਾ ਚੱਕਰ ਹੈ, ਉਹਨੂੰ ਲਿਖਣ ਹੀ ਨਹੀਂ ਦਿੰਦਾ। ਠੀਕ ਹੈ, ਔਰ ਹਮੇਸ਼ਾ ਕਿਵੇਂ ਵਾਲਾ ਕੰਮ ਤੁਸੀਂ ਪ੍ਰਕਿਰਤੀ 'ਤੇ ਛੱਡਣਾ। ਤੁਸੀਂ ਇਹ ਲਿਖਣਾ ਕਿ ਤੁਹਾਨੂੰ ਚਾਹੀਦਾ ਕੀ ਆ। ਠੀਕ ਹੈ, ਜਿਵੇਂ ਇੱਕ ਬੱਚਾ ਬਾਪ ਨੂੰ ਦੱਸਦਾ ਹੈ, ਨਾ ਕਿ ਪੁੱਛਦਾ ਹੈ। ਉਹ ਕਹਿੰਦਾ ਪਾਪਾ ਮੈਨੂੰ ਆਹ ਚਾਹੀਦਾ, ਅਤੇ ਪਾਪਾ ਔਰ ਨਾ ਕਿ ਇਹ ਪੁੱਛਦਾ ਕਿ ਪਾਪਾ ਆਏਗਾ ਕਿਵੇਂ, ਇਹ ਨਹੀਂ ਪੁੱਛਦਾ। ਉਹ ਕਹਿੰਦਾ ਮੈਨੂੰ ਇਹ ਚਾਹੀਦਾ, ਤਾਂ ਉਹਦਾ ਬਾਪ ਉਹਦੇ ਲਈ ਕੰਮ ਕਰਦਾ। ਤਾਂ ਪ੍ਰਕਿਰਤੀ, ਕੁਦਰਤ ਆਪਣੇ ਲਈ ਵੀ ਮਾਂ ਬਾਪ ਦਾ ਰੂਪ ਹੁੰਦੀ ਹੈ। ਜਦੋਂ ਅਸੀਂ ਦਿਲੋਂ ਕੁਛ ਵੀ ਉਹਦੇ ਅੱਗੇ ਰੱਖਦੇ ਹਾਂ, ਇੱਛਾ ਰੱਖਦੇ ਹਾਂ, ਸਾਡੇ ਗ੍ਰੰਥਾਂ 'ਚ ਵੀ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਲੇਕਿਨ ਮੰਗਣ ਵਾਸਤੇ ਵੀ ਤਾਂ ਸਾਨੂੰ ਸੂਝ ਅਤੇ ਸਮਝ ਚਾਹੀਦੀ ਹੈਗੀ ਆ। ਗੈਟਿੰਗ ਜੋ ਵੀ ਇੱਛਾ ਹੈਗੀ ਆ ਉਹਨੂੰ ਨੋਟ ਡਾਊਨ ਜ਼ਰੂਰ ਕਰੋ, ਡਾਇਰੀ 'ਤੇ, ਪੈਨ 'ਤੇ, ਕਿਤੇ ਵੀ ਲਿਖ ਕੇ ਰੱਖੋ। ਲੇਕਿਨ ਉਹਦੀ ਡੇਟ ਪਾਓ, ਜੋ ਵੀ ਤੁਹਾਡੀ ਇੱਛਾ 'ਚ ਡੇਟ ਆਉਂਦੀ ਲਿਖ ਦਿਓ। ਜੋ ਵੀ ਹੈ ਤੁਸੀਂ ਲਿਖ ਦਿਓ। ਤੁਸੀਂ ਲਿਖ ਦਿਓ ਮੈਂ ਅੱਜ ਦੇ ਮੇਰੇ ਰੋਗ, ਮੈਂ ਇੰਨੇ ਦਿਨਾਂ ਦੇ ਵਿੱਚ, ਇੰਨੇ ਮਹੀਨੇ 'ਚ, ਇੰਨੀ ਤਰੀਕ ਨੂੰ ਤੰਦਰੁਸਤ ਹੋਵਾਂਗਾ ਜਾਂ ਤੰਦਰੁਸਤ ਹੋਵਾਂਗੀ। ਕੁਛ ਵੀ, ਜੇ ਸਟੂਡੈਂਟ ਹੈ ਤਾਂ ਲਿਖੋ ਮੈਂ ਇੰਨੀ ਤਰੀਕ ਤੱਕ, ਇਸ ਸਾਲ ਤੱਕ ਮੈਂ ਇਸ ਚੀਜ਼ ਨੂੰ ਅਚੀਵ ਕਰੂੰਗੀ। ਜੇ ਤੁਸੀਂ ਬਿਜ਼ਨਸਮੈਨ ਲਿਖੋ ਮੈਂ ਇੰਨੇ ਸਾਲ ਦੇ ਵਿੱਚ ਆਪਣੇ ਜੀਵਨ ਦੇ ਇਹ ਸੁਪਨੇ ਪੂਰੇ ਕਰੂੰਗਾ ਜਾਂ ਕਰੂੰਗੀ। ਲਿਖਣਾ ਬਹੁਤ ਜ਼ਰੂਰੀ ਹੈ। ਲਿਖਣਾ, ਆਪਾਂ ਘਰ ਦੇ ਵਿੱਚ ਜਦੋਂ ਵਿਆਹ ਰੱਖਦੇ ਆ ਨਾ, ਤਾਂ ਪਹਿਲਾਂ ਉਹਦੀ ਡੇਟ ਫਿਕਸ ਕਰਦੇ ਹਾਂ। ਠੀਕ ਹੈ, ਨਾ ਕਿ ਪਹਿਲਾਂ ਟੈਂਟ ਇਕੱਠਾ ਕਰਦੇ ਹਾਂ, ਪਹਿਲਾਂ ਡੇਟ ਫਿਕਸ ਕੀਤੀ, ਫਿਰ ਕਾਰਡ ਪ੍ਰਿੰਟ ਹੁੰਦੇ ਨੇ, ਫਿਰ ਡੇਟ ਫਿਕਸ ਹੋਈ ਨਹੀਂ, ਵਿਆਹ ਦੀ ਤਿਆਰੀ ਸ਼ੁਰੂ ਹੋ ਜਾਂਦੀ। ਸੇਮ ਹੀ ਹੈ,
ਪ੍ਰਕਿਰਤੀ ਜਿਹੜੀ ਯੂਨੀਵਰਸਲ ਤਾਕਤਾਂ ਨੇ ਉਹ ਕੰਮ ਕਰਦੀਆਂ ਨੇ ਸਾਡੇ ਨਾਲ ਜੁੜ ਕੇ। ਸੋ ਪਹਿਲੀ ਚੀਜ਼ ਹੈ ਮਿਸ਼ਨ ਤੇ ਗੋਲ ਹੋਣਾ ਬੜਾ ਜ਼ਰੂਰੀ। ਦੂਸਰੀ ਚੀਜ਼, ਜਦੋਂ ਵੀ ਅਸੀਂ ਕੁਝ ਡਿਮਾਂਡ ਕਰਦੇ ਹਾਂ, ਖਾਸ ਕਰਕੇ ਉਹ ਚੀਜ਼ਾਂ ਜਿਹੜੀਆਂ ਸਾਡੇ ਜੀਵਨ 'ਚ ਨਹੀਂ ਹਨ ਔਰ ਨਾ ਮੰਨਣਯੋਗ ਨੇ। ਉਦਾਹਰਨ ਦੇ ਤੌਰ ਤੇ ਆਪਣੇ ਕੋਲ ਸਾਈਕਲ ਹੈ ਲੇਕਿਨ ਸੋਚ ਰਿਹਾ ਮਰਸੀਡੀਜ਼ ਆ ਜਾਵੇ, ਤਾਂ ਉਹ ਨਾ ਮੰਨਣ ਵਾਲੀ ਗੱਲ ਹੋ ਗਈ, ਠੀਕ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਡਿਮਾਂਡ ਨੂੰ ਅਸੀਂ ਵਾਰ-ਵਾਰ ਰੱਖਦੇ ਹਾਂ। ਮੈਂ ਐਗਜ਼ਾਮਪਲ ਮਰਸੀਡੀਜ਼ ਦੇ ਰਿਹਾ, ਜ਼ਰੂਰੀ ਨਹੀਂ ਕਿ ਸਾਰੇ ਲੋਕ ਮਟੀਰੀਅਲਿਸਟਿਕ ਸੋਚਣ, ਠੀਕ ਹੈ। ਤਾਂ ਉਹਦੇ 'ਚ ਕੁਝ ਵੀ ਹੋ ਸਕਦਾ, ਤੁਸੀਂ ਆਪਣੀ ਤੰਦਰੁਸਤੀ ਨੂੰ ਲੈ ਕੇ ਗੋਲ ਬਣਾਉਣਾ ਕੁਝ ਵੀ, ਠੀਕ ਹੈ। ਤਾਂ ਜਦੋਂ ਅਸੀਂ ਕਿਸੇ ਡਿਮਾਂਡ ਨੂੰ ਤਿਆਰ ਕਰਦੇ ਹਾਂ, ਆਪਦੀ ਇੱਛਾ ਸ਼ਕਤੀ 'ਚ ਉਹਨੂੰ ਜਗ੍ਹਾ ਦਿੰਦੇ ਹਾਂ, ਫਿਰ ਉਹਨੂੰ ਆਪਣੇ ਸੁਪਨੇ ਦਾ ਹਿੱਸਾ ਬਣਾਉਂਦੇ ਹਾਂ। ਅੱਛਾ, ਸੁਪਨਾ ਅਸਲ ਵਿੱਚ ਸੁੱਤੇ ਪਏ ਵਾਲਾ ਨਹੀਂ ਕਾਊਂਟ ਹੁੰਦਾ, ਇਸ ਦੇ ਵਿੱਚ ਸੁਪਨਾ ਹੁੰਦਾ ਜਿਹੜਾ ਦਿਨੇ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਆਉਂਦਾ ਰਹੇ, ਤੁਹਾਨੂੰ ਫੀਲ ਕਰਵਾਉਂਦਾ ਰਹੇ। ਤਾਂ ਉਸ ਟਾਈਮ 'ਤੇ ਕਿਉਂਕਿ ਅਸੀਂ ਮੰਗਣਾ ਆਪਣੇ ਰੱਬ ਤੋਂ, ਪਰਮੇਸ਼ਰ ਤੋਂ ਮੰਗਣਾ, ਤਾਂ ਉਹਨੇ ਵੀ ਜਦੋਂ ਦੇਣਾ ਹੈ ਸਭ ਤੋਂ ਪਹਿਲਾਂ ਭਾਂਡਾ ਚੈੱਕ ਕਰਨਾ, ਠੀਕ ਹੈ। ਆਪਾਂ ਮਾਰਕੀਟ ਦੇ ਵਿੱਚੋਂ ਘੜਾ ਲੈ ਕੇ ਆਉਂਦੇ ਹਾਂ, ਤਾਂ ਉਹਨੂੰ ਵੀ ਚਾਰੇ ਪਾਸੇ ਘੁਮਾ ਕੇ ਤੇ ਚੈੱਕ ਕਰਦੇ ਹਾਂ, ਠੀਕ ਹੈ। ਫਿਰ ਉਹਨੂੰ ਤਿਆਰ ਕਰਦੇ ਹਾਂ, ਭਾਵੇਂ 150-200 ਦਾ ਹੀ ਹੈ, ਫਿਰ ਤਿਆਰ ਕਰਦੇ ਕਿ ਹੁਣ ਇਹ 'ਚ ਪਾਣੀ ਰੱਖ ਸਕਦੇ ਹਾਂ। ਤਾਂ ਆਪਾਂ ਕੁਦਰਤ ਤੋਂ ਖੁਸ਼ੀਆਂ ਮੰਗ ਰਹੇ ਹੁੰਦੇ ਹਾਂ, ਲੇਕਿਨ ਅਸੀਂ ਕਦੀ ਭਾਂਡਾ ਨਹੀਂ ਆਪਦਾ ਚੈੱਕ ਕਰਦੇ, ਠੀਕ ਹੈ। ਤਾਂ ਕੁਦਰਤ ਨੇ ਵੀ ਪਹਿਲਾਂ ਭਾਂਡਾ ਚੈੱਕ ਕਰਨਾ ਵੀ ਇਹ ਇਸ ਯੋਗ ਹੈ ਵੀ ਕਿ ਨਹੀਂ। ਔਰ ਉਹਦੇ ਚੈੱਕ ਕਰਨ ਵਾਲੇ ਐਗਜ਼ਾਮ ਨੂੰ ਅਸੀਂ ਐਗਜ਼ਾਮੀਨੇਸ਼ਨ ਨੂੰ ਬੋਲਦੇ ਹੈਗੇ ਆ ਭਾਵਨਾ। ਜਿਹੜਾ ਪਹਿਲਾਂ ਪੇਪਰ ਪਾਉਂਦਾ ਨਾ, ਉਹ ਐਗਜ਼ਾਮ, ਉਹ ਬਕਾਇਦਾ ਪੇਪਰ ਲੈਂਦਾ, ਖਾਲੀ ਐਵੇਂ ਸੁੱਕੇ ਹੱਥ ਨਹੀਂ ਫੜਾ ਦਿੰਦਾ, ਉਹ ਪੇਪਰ ਲੈਂਦਾ, ਉਹ ਭਾਵਨਾ ਦੇ ਰੂਪ 'ਚ ਪੇਪਰ ਲੈਂਦਾ, ਅਲੱਗ-ਅਲੱਗ ਰੂਪ 'ਚ ਪੇਪਰ ਲੈਂਦਾ ਹੈਗਾ, ਠੀਕ ਹੈ। ਉਹ ਕਿਸੇ ਦੀ ਉਹ ਸਾਨੂੰ ਆਪਣੇ ਮਿਸ਼ਨ ਤੋਂ ਭਟਕਾਉਣ ਦੀ ਵੀ ਕੋਸ਼ਿਸ਼ ਕਰਕੇ ਦੇਖਦਾ ਵੀ ਇਹ ਬੰਦਾ ਗੱਲਾਂ ਵਾਲਾ ਹੀ ਹੈ 'ਚ ਖੜਦਾ ਹੈ, ਠੀਕ ਹੈ। ਇਹ ਕਰੈਕਟਰ ਵਾਈਜ਼ ਕਿਸ ਤਰ੍ਹਾਂ ਦਾ ਹੈਗਾ, ਇਹ ਈਗੋ ਵਾਈਜ਼ ਕਿਸ ਤਰ੍ਹਾਂ ਦਾ ਹੈਗਾ। ਕਿਉਂਕਿ ਨੋਰਮਲੀ ਅਕਸਰ ਹੀ ਅਗਰ ਇਨਸਾਨ ਜਦੋਂ ਸੋਚਦਾ ਤੇ ਜੇ ਉਹ ਚੀਜ਼ ਹੋਣ ਲੱਗ ਪਵੇ, ਪਹਿਲੇ ਸਟੈਪ 'ਤੇ ਹੀ 90% ਲੋਕਾਂ ਦਾ ਦਿਮਾਗ ਖਰਾਬ ਹੋ ਜਾਇਆ ਕਰਦਾ, ਠੀਕ ਹੈ। ਉਹਨੂੰ ਆਪਦਾ ਗੁਰੂ ਚੇਲਾ ਲੱਗਣ ਲੱਗ ਪੈਂਦਾ, ਠੀਕ ਹੈ। ਉਹ ਰੱਬ ਨੂੰ ਟੱਬ ਦੱਸਣ ਲੱਗ ਪੈਂਦਾ। ਤਾਂ ਜਦੋਂ ਵੀ ਥੋੜ੍ਹੀ ਜਿਹੀ ਵੀ ਅਚੀਵਮੈਂਟ ਆਉਂਦੀ ਹੈ, 90% ਲੋਕਾਂ ਦਾ ਸਭ ਤੋਂ ਪਹਿਲਾਂ ਦਿਮਾਗ ਖਰਾਬ ਹੁੰਦਾ, ਠੀਕ ਹੈ। ਸਿਆਣਾ ਦੀ ਕਹਾਵਤ, ਉਹ ਕਹਿੰਦੇ ਜਦੋਂ ਪੈਸਾ ਆਉਂਦਾ ਸਭ ਤੋਂ ਪਹਿਲਾਂ ਕਿੱਥੇ ਅਸਰ ਕਰਦਾ, ਉਹ ਕਹਿੰਦੇ ਦਿਮਾਗ 'ਤੇ ਅਸਰ ਕਰਦਾ। ਤਾਂ ਉਸ ਦਿਮਾਗ 'ਤੇ ਅਸਰ ਨਾ ਕਰੇ, ਇਸ ਲਈ ਜ਼ਰੂਰੀ ਹੁੰਦਾ ਕਿ ਅਸੀਂ ਅੱਛੇ ਕਿਸੇ ਮੈਂਟਰ ਦੀ ਰੇਖ ਦੇਖ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਜ਼ਾਈਨ ਕਰੀਏ। ਤਾਂ ਦੂਸਰੀ ਚੀਜ਼ ਭਾਵਨਾ ਹੋ ਗਈ। ਤੀਸਰੀ ਚੀਜ਼ ਆ ਗਈ ਵਿਸ਼ਵਾਸ। ਤੁਸੀਂ ਚੀਜ਼ ਨੂੰ ਡਿਜ਼ਾਈਨ ਕਰ ਲਿਆ, ਸੋਚ ਲਿਆ, ਠੀਕ ਹੈ। ਆਪਦੀ ਭਾਵਨਾ 'ਤੇ ਵੀ ਪਕੜ ਬਣਾ ਲਈ ਕਿ ਮੈਂ ਆਪਣੀ ਅੱਛੀ ਇਮੋਸ਼ਨਸ ਦੇ ਨਾਲ ਕਰਨਾ ਹੈ। ਕਿਉਂਕਿ ਜੇ ਰੱਬ ਤੋਂ ਕੁਝ ਲੈਣਾ ਹੈ ਤਾਂ ਉਹਦੀ ਸ਼ਰਤ ਇੱਕੋ ਹੈ, ਇਮੋਸ਼ਨਸ ਅੱਛੇ ਰੱਖ, ਭਾਵਨਾ ਅੱਛੀ ਰੱਖ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ 'ਚ ਟਿਕਦਾ ਹੈ, ਤੇ ਜੇ ਰੱਬ ਦੀਆਂ ਖੁਸ਼ੀਆਂ ਲੈਣੀਆਂ ਤੇ ਇਸ ਭਾਂਡੇ ਨੂੰ ਅੰਦਰੋਂ ਸਾਫ਼ ਰੱਖਣਾ ਪਏਗਾ, ਅੱਛਾ ਸੋਨੇ ਦਾ ਬਣਾਉਣਾ ਪਏਗਾ, ਨੀਅਤ ਅੱਛੀ ਰੱਖਣੀ ਪਏਗੀ। ਜੇ ਨੀਅਤ ਹੀ ਮਾੜੀ ਹੈ, ਮੋਸਟਲੀ ਆਪਾਂ ਕੀ ਸੋਚਦੇ ਹਾਂ, ਇੱਕ ਵਾਰੀ ਗੱਡੀ ਆ ਜਾਂਦੇ, ਫਿਰ ਗਵਾਂਢੀ ਨੂੰ ਦੱਸਦੇ ਹਾਂ, ਠੀਕ ਹੈ, ਫਿਰ ਫਲਾਣੇ ਨੂੰ ਦੱਸਦੇ। ਇਹ ਕੀ ਹੈ, ਅਸੀਂ ਬਦਲੇ ਦੀ ਭਾਵਨਾ ਕ੍ਰੀਏਟ ਕਰ ਲਓ, ਹੰਕਾਰ ਲਿਆਉਂਦੇ, ਹੰਕਾਰ ਲੈ ਆਉਂਦਾ। ਔਰ ਭਾਵਨਾ ਦੇ ਉੱਤੇ ਅਕਸਰ ਇੱਕ ਛੋਟੀ ਜੀ ਮੈਨੂੰ ਸਟੋਰੀ ਯਾਦ ਆ ਗਈ। ਸ਼੍ਰੀ ਰਾਮ ਚੰਦਰ ਜੀ ਜਦੋਂ ਰਾਵਣ ਨੂੰ ਮਾਰਨ ਦੇ ਲਕਸ਼ ਦੇ ਨਾਲ ਭਾਵਨਾ ਦੇ ਜੰਗਲ 'ਚ ਘੁੰਮ ਰਹੇ ਸੀ, ਤਾਂ ਉਹਨਾਂ ਦੇ ਨੀਅਰ ਇੱਕ ਜੰਗਲ ਦੇ ਲਾਗੇ ਇੱਕ ਪਿੰਡ ਸੀ, ਪੰਪਾ ਨਾਮ ਦਾ ਪਿੰਡ ਸੀ। ਔਰ ਉਸ ਟਾਈਮ 'ਤੇ ਲੋਕ ਤਲਾਬ ਦੇ ਪਾਣੀ ਦਾ ਨਹਾਉਂਦੇ ਸੀ, ਉਹਨੂੰ ਪੀਂਦੇ ਸੀ। ਉਹਦੇ 'ਚ ਕੀੜੇ ਪੈ ਗਏ ਤਾਂ ਉੱਥੇ ਲੋਕ ਇਕੱਠੇ ਹੋਏ, ਕਹਿੰਦੇ ਜੀ ਕੀੜੇ ਪੈ ਗਏ ਨੇ, ਆਪਾਂ ਲਾਗੇ ਕੁਛ ਰਿਸ਼ੀ ਮੁਨੀ ਨੂੰ ਬੁਲਾਈਏ, ਉਹਦੇ 'ਤੇ ਆ ਕੇ ਜਪ ਤਪ ਕਰਨ ਅਤੇ ਇਸ ਨੂੰ ਸਾਫ਼ ਕਰਨ। ਤਾਂ ਉੱਥੋਂ ਰਿਸ਼ੀ ਮੁਨੀ ਆਏ, ਉਹਨਾਂ ਨੇ ਆਪਣਾ ਜਪ ਤਪ ਕੀਤਾ, ਪੂਰਾ ਕੋਸ਼ਿਸ਼ ਕੀਤੀ, ਤਾਂ ਉਹਦੇ ਵਿੱਚ ਕੋਈ ਵੀ ਸਫਾਈ ਵਾਲਾ ਪ੍ਰੋਸੈਸ ਨਹੀਂ ਹੋਇਆ, ਠੀਕ ਹੈ। ਉਹ ਬੜੇ ਹੈਰਾਨ ਵੀ ਇਹਨੇ ਉੱਚ ਕੋਟੀ ਜੇ ਆਪਾਂ ਰਿਸ਼ੀ ਮੁਨੀ ਮੰਗਾਏ ਫਿਰ ਵੀ ਚੀਜ਼ ਨਹੀਂ ਹੋ ਪਾਈ, ਕਿਉਂ ਨਹੀਂ ਹੋ ਪਾਈ। ਦੈਨ ਉਸ ਤੋਂ ਬਾਅਦ ਉਹਨੂੰ ਪਤਾ ਲੱਗਾ ਕਿ ਸ਼੍ਰੀ ਰਾਮ ਚੰਦਰ ਜੀ ਆਪਣੇ ਲਾਗੇ ਜੰਗਲ ਦੇ ਵਿੱਚ ਠਹਿਰੇ ਹੋਏ ਨੇ। ਸਾਰਾ ਪਿੰਡ ਇਕੱਠਾ ਹੋ ਕੇ ਮਿਹਨਤ ਕਰਨ ਗਿਆ ਕਿ ਰੱਬ ਤੁਸੀਂ ਖੁਦ ਪਰਮਾਤਮਾ ਹੋ, ਸਾਡੇ ਪਿੰਡ ਦਾ ਪਿਆਸਾ ਮਰ ਜਾਏਗਾ, ਨਹਾਉਣ ਨੂੰ ਪਾਣੀ ਨਹੀਂ ਹੋਣਾ, ਪੀਣ ਨੂੰ ਪਾਣੀ, ਸਾਰਾ ਕੀੜਾ ਪੈ ਗਿਆ ਹੈਗਾ ਪਾਣੀ ਦੇ ਵਿੱਚ, ਬੈਕਟੀਰੀਆ ਪੈਦਾ ਹੋ ਗਿਆ, ਤਾਂ ਤੁਸੀਂ ਆਓ। ਜਦੋਂ ਉਹ ਆਏ, ਉਹਨਾਂ ਨੇ ਆਪਣੇ ਕਦਮ ਪਾਏ, ਤਾਂ ਪਾਣੀ 'ਚ ਕੋਈ ਚੇਂਜ ਨਹੀਂ ਆਇਆ। ਫਿਰ ਪਰੇਸ਼ਾਨ ਵੀ ਰੱਬ ਦੇ ਆਉਣ ਨਾਲ ਵੀ ਬਦਲਾਵ ਨਹੀਂ। ਤਾਂ ਫਿਰ ਸ਼੍ਰੀ ਰਾਮ ਚੰਦਰ ਜੀ ਨੇ ਦੱਸਿਆ ਕਿ ਤੁਸੀਂ ਭੀਲਣੀ ਨੂੰ ਆਵਾਜ਼ ਮਾਰ ਲਓ। ਤਾਂ ਭੀਲਣੀ ਸ਼ਾਇਦ ਪਤਾ ਹੋਏਗਾ ਜਿਹਨੇ ਝੂਠੇ ਬੇਰ ਦਿੱਤੇ ਸੀ, ਤਾਂ ਭੀਲਣੀ ਨੂੰ ਬੁਲਾਇਆ ਗਿਆ। ਉਹ ਆਈ, ਜਿਵੇਂ ਉਹਨੇ ਆਪਣੇ ਪੈਰ ਕਦਮ ਵਿੱਚ ਰੱਖੇ ਤਾਂ ਜਿਹੜਾ ਪਾਣੀ ਸੀ ਸਰੋਵਰ ਦਾ ਉਹ ਸਾਫ਼ ਹੁੰਦਾ ਗਿਆ। ਤਾਂ ਕੁਝ ਸਵਾਲ ਇਹ ਖੜਾ ਹੋ ਗਿਆ ਵੀ ਏਡੇ ਉੱਚ ਕੋਟੀ ਦੇ ਰਿਸ਼ੀ ਮੁਨੀ ਸੀ, ਉਹਨਾਂ ਤੋਂ ਨਹੀਂ ਹੋਇਆ। ਰਾਮ ਚੰਦਰ ਜੀ ਖੁਦ ਆਏ, ਉਹਨਾਂ ਤੋਂ ਨਹੀਂ ਹੋਇਆ। ਭੀਲਣੀ ਇੱਕ ਸੇਵਕ ਸੀ, ਉਹਨੇ ਤੋਂ ਕਿਵੇਂ ਹੋ ਗਿਆ। ਤਾਂ ਰਾਮ ਚੰਦਰ ਜੀ ਨੇ ਉਸ ਟਾਈਮ 'ਤੇ ਚੀਜ਼ ਸਮਝਾਈ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੁਝ ਵੀ ਅੱਛਾ ਕਰਮ ਕਰਨਾ ਹੁੰਦਾ ਤਾਂ ਪ੍ਰਕਿਰਤੀ ਨੇ ਤੁਹਾਡੇ ਹੱਥ 'ਚ ਸ਼ਫਾ ਦਿੱਤੀ ਹੁੰਦੀ ਹੈ। ਉਹ ਸ਼ਫਾ ਕੰਮ ਕਦੋਂ ਕਰਦੀ ਹੈ, ਜਦੋਂ ਤੁਹਾਡੇ ਇਮੋਸ਼ਨਸ ਤੇ ਭਾਵਨਾ ਅੱਛੀ ਹੋਵੇ। ਤਾਂ ਉਹ ਕਹਿੰਦੇ ਜੀ ਤੁਸੀਂ ਤਾਂ ਪਰਮਾਤਮਾ ਹੋ, ਤੁਹਾਡੀ ਭਾਵਨਾ ਨੂੰ ਕੀ ਹੋ ਗਿਆ। ਉਹ ਕਹਿੰਦੇ ਜੀ ਸਭ ਤੋਂ ਪਹਿਲੀ ਚੀਜ਼ ਹੈਗੀ ਕਿ ਜਦੋਂ ਤੁਸੀਂ ਰਿਸ਼ੀ ਮੁਨੀ ਬੁਲਾਏ ਨੇ,
ਇਹਨਾਂ ਦੇ ਅੰਦਰ ਭਾਵਨਾ ਈਗੋ ਦੀ ਸੀ, ਕਿਉਂਕਿ ਆਪਸ 'ਚ ਇੱਕ ਦੂਸਰੇ ਨੂੰ ਇਹ ਭਾਵਨਾ ਨਾਲ ਲੱਗੇ ਹੋਏ ਸੀ ਕਿ ਉਹ ਕਹਿੰਦਾ ਮੈਂ ਤੂੰ ਸਿਆਣਾ, ਉਹ ਕਹਿੰਦਾ ਮੈਂ ਤੇ ਤੂੰ ਸਿਆਣਾ। ਉਹ ਆਪਣੀ ਸਿਆਣਪ ਔਰ ਈਗੋ ਦੇ ਚੱਕਰ 'ਚ ਉਹ ਸ਼ਫਾ ਕੰਮ ਹੀ ਨਹੀਂ ਕੀਤੀ। ਕਹਿੰਦੇ ਜੀ ਤੁਸੀਂ ਰੱਬ ਸੀ ਤੁਹਾਡੇ ਤੋਂ, ਕਹਿੰਦਾ ਮੈਂ ਇਸ ਟਾਈਮ 'ਤੇ ਜੰਗਲ ਦੇ ਵਿੱਚ ਰਾਵਣ ਨੂੰ ਮਾਰਨ ਦੀ ਭਾਵਨਾ ਨਾਲ ਹੈ, ਮੈਂ ਕਿਸੇ ਦਾ ਇੱਥੇ ਇਸ ਭਾਵਨਾ ਦੇ ਨਾਲ ਨਹੀਂ ਘੁੰਮ ਰਿਹਾ, ਮੈਂ ਤਾਂ ਉਹਨੂੰ ਲੱਭ ਕੇ ਮਾਰਨਾ ਹੈਗਾ। ਤਾਂ ਮੇਰੇ ਅੰਦਰ ਵੀ ਭਾਵਨਾ ਚੇਂਜ ਸੀ, ਭਾਵੇਂ ਰੱਬ ਹੀ ਕਿਉਂ ਨਾ ਆ ਜਾਵੇ, ਉਹਦੇ ਅੰਦਰ ਵੀ ਇਮੋਸ਼ਨਸ ਚੇਂਜ ਹੋ ਗਏ ਤਾਂ ਉਹਦੀ ਵੀ ਸ਼ਫਾ ਨਹੀਂ ਕੰਮ ਕਰਦੀ। ਔਰ ਭਿਲਣੀ ਦੀ ਭਾਵਨਾ ਤੇ ਸਭ ਨੂੰ ਪਤਾ ਸੀ ਕਿ ਉਹ ਸਾਫ਼ ਨੀਅਤ ਨੇਕ ਦਿਲ ਭਾਵਨਾ ਸੀ, ਜਿਹਨੇ ਪਰਮਾਤਮਾ ਨੂੰ ਰੱਬ ਦੇ ਉਹਨੇ ਦਰਸ਼ਨ ਕਰ ਲਏ ਸੀ। ਉਹ ਸਾਫ਼ ਨੀਅਤ ਨਾਲ ਆਈ, ਨਾ ਜਿਹਦੇ 'ਚ ਈਗੋ ਸੀ, ਨਾ ਅਹੰਕਾਰ ਸੀ, ਨਾ ਉਹਨੂੰ ਇਹ ਸੀ ਕਿ ਮੈਂ ਗਿਆਨੀ, ਨਾ ਉਹਨੂੰ ਇਹ ਸੀ ਕਿ ਮੈਂ ਅੱਛੀ ਸੇਵਕ ਹਾਂ। ਉਹਨੂੰ ਕੁਛ ਨਹੀਂ ਸੀ, ਉਹਨੂੰ ਤਾਂ ਸੇਵਾ ਲੱਗੀ, ਉਹਨੇ ਆਪਣੇ ਅੱਛੀ ਇਮੋਸ਼ਨਸ ਦੇ ਨਾਲ ਜਿਵੇਂ ਕਦਮ ਰੱਖੇ, ਉਹਦੀ ਕੁਦਰਤ ਦੀ ਦਿੱਤੀ ਹੋਈ ਸ਼ਫਾ ਨੇ ਕੰਮ ਕੀਤਾ। ਤਾਂ ਇਹ ਹੈ ਭਾਵਨਾ, ਇਮੋਸ਼ਨਸ। ਤਾਂ ਜਦੋਂ ਅਸੀਂ ਕੁਛ ਵੀ ਮੰਗਦੇ ਹਾਂ, ਦੇਣ ਵਾਲਾ ਕਦੀ ਪਿੱਛੇ ਹੱਥ ਨਹੀਂ ਹਟਾਉਂਦਾ। ਸਮੱਸਿਆ ਇੱਥੇ ਆਉਂਦੀ ਹੈ ਕਿ ਉਹਨੇ ਚੈੱਕ ਕਰਕੇ ਬੰਦੇ ਦੀ ਝੋਲੀ ਕੁਛ ਪਾਉਣਾ। ਜਦੋਂ ਚੈੱਕ ਕਰਦਾ ਉੱਥੇ ਪੇਪਰਾਂ 'ਚ 99% ਲੋਕ ਫੇਲ ਹੋ ਜਾਂਦੇ ਨੇ। ਕਿਉਂ? ਉਹਨੂੰ ਪਤਾ ਹੁੰਦਾ ਕਿ ਇਹਦੇ ਅੰਦਰ ਕੀ ਚੱਲਦਾ। ਅਸੀਂ ਲੋਕਾਂ ਦੇ ਸਾਹਮਣੇ ਤਾਂ ਆਰਟੀਫਿਸ਼ੀਅਲ ਜੀਵਨ ਬਣਾ ਸਕਦੇ ਹਾਂ, ਪਰ ਕੁਦਰਤ ਦੇ ਸਾਹਮਣੇ ਨਹੀਂ ਬਣਾ ਸਕਦੇ। ਕਿਉਂ? ਉਹ ਹੁੰਦੀ ਅੰਦਰ ਹੈ, ਉਹ ਅੰਦਰ ਹੀ ਸਾਰੀ ਇਮੋਸ਼ਨਸ ਨੂੰ ਰੀਡ ਕਰ ਰਹੀ ਨੇ। ਸੋ ਭਾਵਨਾ ਤੋਂ ਬਾਅਦ ਤੀਸਰਾ ਨੰਬਰ ਆ ਜਾਂਦਾ ਸਰ ਵਿਸ਼ਵਾਸ ਦਾ, ਕਿ ਤੁਹਾਡੇ ਦੁਆਰਾ ਲਏ ਗਏ ਮਿਸ਼ਨ ਨੂੰ ਤੇ ਤੁਹਾਡੇ ਦੁਆਰਾ ਕੀਤੇ ਜਾ ਰਹੇ ਕੰਮ 'ਤੇ ਤੁਹਾਨੂੰ ਕਿੰਨਾ ਕੁ ਫੇਥ ਹੈ। ਠੀਕ ਹੈ, ਤੁਹਾਨੂੰ ਕਿੰਨਾ ਕੁ ਵਿਸ਼ਵਾਸ ਹੈ। ਗੈਟਿੰਗ ਜੇ ਸਾਡੇ ਅੰਦਰ ਫੇਥ ਹੀ ਨਹੀਂ ਹੈ ਸਾਡੇ ਕੰਮ ਨੂੰ ਲੈ ਕੇ, ਅਸੀਂ ਡਾਊਟ 'ਚ ਹੀ ਹਾਂ, ਜਾਂ ਦੁਨੀਆ ਤੁਹਾਨੂੰ ਦੋ ਗੱਲਾਂ ਕਰਦੀ ਹੈ, ਤੁਸੀਂ ਡਾਊਟ 'ਚ ਆ ਜਾਂਦੇ ਆਪਣੇ ਕੰਮ ਨੂੰ ਲੈ ਕੇ ਵੀ ਹਰ ਬੰਦਾ ਗੱਲ ਤਾਂ ਸਹੀ ਕਰ ਰਿਹਾ, ਪਤਾ ਨਹੀਂ ਮੈਂ ਉੱਥੇ ਤੱਕ ਪਹੁੰਚੂ ਜਾਂ ਨਹੀਂ ਪਹੁੰਚੂ, ਮੈਂ ਵੀ ਐਨਰਜੀ ਲਗਾਈ ਜਾਂਦਾ, ਪਤਾ ਨਹੀਂ ਆਹ ਕੰਮ ਕਰੂ ਪਹੁੰਚੂ, ਮੈਂ ਵੀ ਪਤਾ ਨਹੀਂ ਮੈਂ ਠੀਕ ਹੋਊਂ ਜਾਂ ਨਹੀਂ ਹੋਊਂਗਾ, ਮੈਂ ਵੀ ਐਨਰਜੀ ਲਗਾਈ ਜਾ ਰਿਹਾ, ਗੱਲ ਤਾਂ ਠੀਕ ਹੈ। ਤਾਂ ਜੇ ਸਾਡਾ ਵਿਸ਼ਵਾਸ ਹੀ ਇਸ ਤਰ੍ਹਾਂ ਦਾ ਅਧੂਰਾ ਹੈ ਤਾਂ ਫਿਰ ਉਹ ਇਨਸਾਨ ਆਪਣੇ ਮਿਸ਼ਨ, ਆਪਣੇ ਕੰਮ, ਉਸ ਡਿਊਟੀ 'ਚ ਕਦੀ ਵੀ ਕਾਮਯਾਬ ਨਹੀਂ ਹੁੰਦਾ। ਤਾਂ ਤੀਸਰੀ ਇਹ ਜਿਹੜੀ ਸਟੇਜ ਆ ਜਾਂਦੀ ਹੈ ਵਿਸ਼ਵਾਸ। ਇਹਦੇ 'ਤੇ ਕੰਮ ਕਰਨਾ ਪੈਂਦਾ, ਇਹਦੇ 'ਤੇ ਆਪਣੀ ਕਾਉਂਸਲਿੰਗ ਆਪ ਵੀ ਕਰਨੀ ਪੈਂਦੀ ਹੈ। ਗੈਟਿੰਗ ਔਰ ਇਹਦੀ ਜਦੋਂ ਕਾਉਂਸਲਿੰਗ ਇਨਸਾਨ ਕਰਦਾ ਹੈ, ਸਹੀ ਕਾਉਂਸਲਿੰਗ ਬਾਹਰੋਂ ਨਹੀਂ ਹੁੰਦੀ, ਅੰਦਰੋਂ ਹੁੰਦੀ ਹੈ, ਕਿਉਂਕਿ ਇਨਸਾਨ ਦੀ ਸੱਚੀ ਅਤੇ ਅੱਛੀ ਕਾਉਂਸਲਿੰਗ ਉਹਦੀ ਆਤਮਾ ਕਰਦੀ ਹੈ। ਗੈਟਿੰਗ ਜਦੋਂ ਵੀ ਕਿਤੇ ਵੀ ਕਨਫਿਊਜ਼ ਹੋਵੋ, ਆਤਮਾ ਤੋਂ ਸਵਾਲ ਪੁੱਛੋ, ਆਨਸਰ ਆ ਜਾਂਦਾ। ਮੌਕੇ 'ਤੇ ਨਾ ਆਵੇ ਭਾਵੇਂ, ਲੇਕਿਨ ਅਗਲੇ 24 ਤੋਂ 48 ਘੰਟੇ 'ਚ ਆ ਜਾਂਦਾ। ਜੇ ਅਸੀਂ ਅੰਦਰ ਮਾੜੀ ਭਾਵਨਾ ਹੈਗੀ ਹੈ ਤਾਂ ਅੰਦਰੋਂ ਜਵਾਬ ਆ ਜਾਏਗਾ, ਪਹਿਲਾਂ ਤੂੰ ਆਪ ਠੀਕ ਹੋ, ਆਪ ਠੀਕ ਹੋ, ਡੈਫੀਨੇਟਲੀ। ਸੋ ਤੀਸਰਾ ਆ ਗਿਆ ਵਿਸ਼ਵਾਸ। ਚੌਥਾ ਆ ਗਿਆ ਗਿਆਨ। 99% ਲੋਕਾਂ ਦਾ ਸਰ ਕਿਸੇ ਵੀ ਪ੍ਰੋਫੈਸ਼ਨ 'ਚ, ਕਿਸੇ ਵੀ ਕੰਮ ਦੇ ਵਿੱਚ, ਚਾਹੇ ਉਹ ਪੇਸ਼ੈਂਟ ਹੈ, ਤਾਂ ਇਸ ਪੇਸ਼ੈਂਟ ਤੋਂ ਬਾਅਦ ਜਿਵੇਂ ਕਿ ਆਪਣੀ ਸੰਸਥਾ ਦਾ ਮੋਟਿਵ ਹੀ ਹੈ ਕਿ ਸਭ ਪੇਸ਼ੈਂਟ ਨੂੰ ਹੀ ਪ੍ਰਮੋਟਰ ਬਣਾਉਣਾ, ਉਹਨੂੰ ਹੀ ਅੱਗੇ ਡਾਕਟਰ ਬਣਾਉਣਾ। ਉਹ ਤਾਂ ਹੀ ਬਣ ਪਾਏਗਾ ਨਾ ਜਦੋਂ ਕੋਈ ਗਿਆਨ ਹੈ। ਠੀਕ ਹੈ, 99% ਲੋਕ ਆਪਣੇ ਕੰਮ 'ਚ ਫੇਲ ਕਿਉਂ ਹੁੰਦੇ? ਗਿਆਨ ਨਹੀਂ ਇਕੱਠਾ ਕਰ ਪਾਉਂਦੇ। ਆਪ ਗਿਆਨ ਵੰਡਦੇ ਹੀ ਨਹੀਂ ਹੈਗੇ ਆਪਣੇ ਕੋਲ, ਵੰਡਦੇ ਵੀ ਨਹੀਂ ਗਏ। ਉਹ ਤਾਂ ਬਹੁਤ ਵੱਡਾ ਇੱਕ ਫੇਲੀਅਰ ਇਸ ਕਰਕੇ ਬਣ ਜਾਂਦਾ ਕਿ ਗੁਣੀ ਗਿਆਨੀ ਹੋਣ ਦੇ ਬਾਵਜੂਦ ਵੀ ਤੁਸੀਂ ਫੇਲ ਹੋ ਕੇ ਧਰਤੀ 'ਤੇ ਚਲੇ ਗਏ। ਠੀਕ ਹੈ, ਵੱਡੀ ਚੀਜ਼ ਹੈਗੀ ਕਿ ਜਿਹੜੀ ਵੀ ਲਾਈਨ ਦੇ ਵਿੱਚ ਤੁਸੀਂ ਹੋ, ਉਸ ਲਾਈਨ ਦਾ ਤੁਹਾਡੇ ਕੋਲ ਗਿਆਨ ਤੇ ਕੰਪਲੀਟ ਹੋਣਾ ਚਾਹੀਦਾ ਨਾ। ਬਹੁਤ ਸਾਰੇ ਲੋਕ ਆਪਣੇ ਉਸ ਪ੍ਰੋਫੈਸ਼ਨ ਨੂੰ ਲੈ ਕੇ ਅਪਡੇਟ ਹੀ ਨਹੀਂ ਹੁੰਦੇ। ਠੀਕ ਹੈ, ਫੋਰ ਐਗਜ਼ਾਮਪਲ ਜੇ ਅਗਰ ਆਪਾਂ ਆਪਣੇ ਕੰਮ ਨਾਲ ਹੀ ਜੋੜ ਕੇ ਦੇਖੀਏ ਕਿ ਅੱਜ ਹਰ ਦਿਨ ਨਵੀਂ ਚੀਜ਼ ਆ ਜਾਂਦੀ ਹੈ ਮਾਰਕੀਟ ਦੇ ਵਿੱਚ। ਜੇ ਕੋਈ ਬੰਦਾ ਮੋਬਾਈਲ ਦਾ ਹੀ ਕੰਮ ਕਰ ਰਿਹਾ ਹੈਗਾ, ਨਵਾਂ ਵਰਜ਼ਨ ਆ ਜਾਂਦਾ ਹੈਗਾ, ਉਹ ਆਪਣੀ ਸ਼ਾਪ ਨੂੰ ਜੇ ਅਪਡੇਟ ਹੀ ਨਹੀਂ ਕਰ ਰਿਹਾ ਹੈਗਾ। ਠੀਕ ਹੈ, ਦੇਖੋ 1990 ਦੀ ਗੱਲ ਕਰੀਏ, ਉਸ ਟਾਈਮ 'ਤੇ ਟੈਲੀਫੋਨ ਐਕਸਚੇਂਜ ਹੁੰਦੀਆਂ ਸੀ। ਠੀਕ ਹੈ, ਉਹਨਾਂ ਦਾ ਕੰਮ ਬਹੁਤ ਸੀ, ਟਰੰਕ ਕਾਲ ਬੁੱਕ ਕੀਤੀਆਂ। ਹਾਂ, ਅਤੇ ਜੇ ਅੱਜ ਕੋਈ ਐਕਸਚੇਂਜ ਖੋਲ੍ਹ ਕੇ ਬਹਿ ਜੇ, ਪੁੱਛੇਗਾ ਹੀ ਨਹੀਂ, ਪੁੱਛੇਗਾ ਨਹੀਂ। ਅਤੇ ਜੇ ਉਹ ਆਖੇ ਵੀ ਮੈਂ ਤਾਂ ਬਹੁਤ ਪੈਸਾ ਲਾਇਆ ਵੀ ਮੇਰਾ ਕੰਮ ਨਹੀਂ ਚੱਲਿਆ, ਉਹਦਾ ਕੀ ਮਤਲਬ ਹੋ ਗਿਆ? ਠੀਕ, ਉਹਦਾ ਮਤਲਬ ਇਹ ਹੋ ਗਿਆ ਵੀ ਤੇਰੇ ਕੋਲ ਤੇਰੇ ਕੰਮ ਦੀ ਸਹੀ ਜਾਣਕਾਰੀ ਨਹੀਂ ਹੈ। ਕਿਉਂਕਿ ਅੱਜ ਦੇ ਦਿਨਾਂ 'ਚ ਤੇਰੀ ਮੋਬਾਈਲ ਦੀ ਦੁਕਾਨ ਤਾਂ ਚੱਲ ਸਕਦੀ ਹੈ, ਲੇਕਿਨ ਐਸਟੀਡੀ ਪੀਸੀਓ ਨਹੀਂ ਚੱਲ ਪਾਏਗਾ ਤੇਰਾ। ਤਾਂ ਸੇਮ ਹੀ ਹਰ ਪ੍ਰੋਫੈਸ਼ਨ ਦੇ ਅੰਦਰ ਇੱਕ ਅਪਡੇਸ਼ਨ ਹੁੰਦੀ ਆ। ਜੇ ਅਸੀਂ ਉਸ ਵਰਜਨ ਦੇ ਮੁਤਾਬਕ ਅਪਡੇਟ ਨਹੀਂ ਹੁੰਦੇ, ਸਾਡਾ ਫੇਲੀਅਰ ਹੋਣਾ ਤੈਅ ਹੈ। ਸੋ 4 ਚੀਜ਼ਾਂ ਨੂੰ ਲੈ ਕੇ ਅਸੀਂ ਹਰ ਐਂਗਲ 'ਤੇ ਗਾਈਡ ਕਰਦੇ ਹਾਂ ਆਪਣੇ ਵੈਲ ਵਰਕਰਸ ਨੂੰ ਵੀ, ਪੇਸ਼ੈਂਟ ਨੂੰ ਵੀ। ਹਾਂ, ਵੋਕੈਬਲਰੀ ਚੇਂਜ ਹੋ ਜਾਂਦੀ ਹੈ। ਜੇ ਅਸੀਂ ਕਿਸੇ ਵੈਲ ਵਰਕਰ ਨੂੰ ਕਰ ਰਹੇ ਹਾਂ ਤਾਂ ਉੱਥੇ ਵੋਕੈਬਲਰੀ ਹੋਰ ਹੁੰਦੀ ਹੈ, ਪੇਸ਼ੈਂਟ ਨੂੰ ਕਰ ਰਹੇ ਉੱਥੇ, ਲੇਕਿਨ ਸਟੇਜਸ 4 ਹੀ ਹੁੰਦੀਆਂ। ਜੇ ਪੇਸ਼ੈਂਟ ਹੈ ਤਾਂ ਉਹਨੂੰ ਉਹਦਾ ਮਿਸ਼ਨ ਬਣਵਾਉਣਾ, ਅਸੀਂ ਉਹਨੂੰ ਕਹਿੰਦੇ ਕਿ ਤੂੰ ਆਪਦਾ ਮਿਸ਼ਨ ਬਣਾ। ਜਿਹੜੀ ਲੰਘ ਗਈ ਉਹਨੂੰ ਭੁੱਲ ਜਾ, ਬਾਕੀ ਮਿਸ਼ਨ ਬਣਾ। ਸਭ ਤੋਂ ਪਹਿਲਾਂ ਮਿਸ਼ਨ 'ਤੇ ਹੀ ਬਣਾਉਣਾ ਕਿ ਤੂੰ ਜਿੰਦਾ ਰਹਿਣਾ। ਇਹ ਮਿਸ਼ਨ ਹੀ ਨਹੀਂ ਹੈਗਾ ਮੈਂ ਜਿੰਦਾ ਰਹਿਣਾ, ਅਸੀਂ ਤਾਂ ਵੇਟ ਕਰ ਰਹੇ ਹਾਂ, ਅੱਜ ਆਈ ਮੌਤ, ਕੱਲ੍ਹ ਆਈ ਮੌਤ, ਪਰਸੋਂ ਆਈ ਮੌਤ, ਮੈਂ ਤਾਂ ਅੱਜ ਮਰਿਆ, ਮੈਂ ਕੱਲ੍ਹ ਮਰਿਆ, ਮੈਂ ਪਰਸੋਂ ਮਰਿਆ, ਅਸੀਂ ਤਾਂ ਰੋਜ਼ ਆਵਾਜ਼ਾਂ ਮਾਰਦੇ ਪਏ ਹਾਂ, ਤਾਂ ਮਿਸ਼ਨ ਹੀ ਨਹੀਂ ਹੈਗਾ। ਰਾਈਟ, ਜੇ ਪਹਿਲਾਂ ਮਿਸ਼ਨ 'ਤੇ ਬਣਾ ਵੀ ਜੇ ਤੂੰ ਜੀਵਨ ਨਾ ਤਾਂ ਜਾਂ ਤਾਂ ਦਿੰਦਾ ਨਾ, ਜੇ ਦਿੱਤਾ ਹੀ ਤਾਂ ਹੁਣ ਇੱਕ ਵਾਰੀ ਜਿਉ ਲੈ ਆਉਂਦੇ ਰੱਜ ਕੇ। ਠੀਕ ਹੈ, ਤਾਂ ਜਾਂ ਤਾਂ ਮਿਸ਼ਨ ਬਣਾ। ਜੇ ਮਿਸ਼ਨ ਬਣਾਇਆ ਫਿਰ ਇਮੋਸ਼ਨਸ ਇੱਕ ਬੜੀ ਤਾਕਤ ਲੈ ਕੇ ਆਪਦੀ ਭਾਵਨਾ ਨੂੰ ਇੰਨਾ ਕੁ ਸਾਫ਼ ਨੀਅਤ ਨਾਲ ਕਰ ਲਾ ਵੀ ਜੋ ਪਿੱਛੇ ਮੈਂ ਕੀਤਾ ਉਹ ਇੱਕ ਵਾਰੀ ਮਾफ़ ਕਰ ਦੇ। ਅਰਦਾਸ ਵੀ ਅਸੀਂ ਬੋਲਦੇ ਕਿ ਅਸੀਂ ਸਾਰੇ ਤੇਰੇ ਬੱਚੇ ਤੇਰੀ ਕੁਦਰਤ ਨੂੰ ਵਿਗਾੜਨ ਦੇ ਕਸੂਰਵਾਰ ਆ। ਉਹ
ਪਿਛਲੇ ਔਗਣ ਬਖਸ਼ ਲੋ ਪ੍ਰਭ ਆਗੇ ਮਾਰਗ ਪਾਏ, ਆਪਾਂ ਅਕਸਰ ਅਰਦਾਸ ਕਰਦੇ ਹਾਂ ਪਰਮਾਤਮਾ। ਜੀ ਤਾਂ ਅਸੀਂ ਜਿਹੜੀ ਇੱਥੇ ਅਰਦਾਸ ਕਰਦੇ ਉਹਦੇ 'ਚ ਇਹ ਲਾਈਨ ਅਸੀਂ ਬਕਾਇਦਾ ਬੋਲਦੇ ਆ ਕਿ ਅਸੀਂ ਸਾਰੇ ਤੇਰੇ ਬੱਚੇ ਤੇਰੀ ਕੁਦਰਤ ਨੂੰ ਵਿਗਾੜਨ ਦੇ ਕਸੂਰਵਾਰ ਹਾਂ। ਉਹ ਤਾਂ ਹੀ ਬੋਲਦੇ ਆ ਕਿ ਅਸੀਂ ਆਪਣੀ ਪਿਛਲੀ ਜੋ ਸਾਡੇ ਅੰਦਰ ਗਲਤ ਇਮੋਸ਼ਨਸ ਨੇ, ਭਾਵਨਾਵਾਂ ਨੇ, ਈਰਖਾਵਾਦੀ ਜਾਂ ਚਿੰਤਾਵਾਂ ਦੀਆਂ ਜਾਂ ਦੁਸ਼ਮਣੀ ਵਾਲੀਆਂ, ਗੁੱਸੇ ਵਾਲੀਆਂ, ਇੱਕ ਦੂਸਰੇ ਦਾ ਬੁਰਾ ਕਰਨ ਵਾਲੀਆਂ, ਉਹਨੂੰ ਡਿਸਟਰੋਏ ਕੀਤਾ ਜਾ ਸਕੇ, ਕਿਉਂਕਿ ਉਹਦੇ ਬਿਨਾਂ ਸ਼ਫਾ ਸਟੋਰ ਹੀ ਨਹੀਂ ਹੋਣੀ ਤੁਹਾਡੇ ਅੰਦਰ। ਕੁਦਰਤ ਨੇ ਜੋ ਸਾਨੂੰ ਦੇਣਾ ਹੈਗਾ, ਜੋ ਬਰਕਤ ਦੇਣੀ ਹੈਗੀ ਆ, ਉਹ ਸਟੋਰੇਜ ਹੀ ਨਹੀਂ ਬਣ ਪਾਉਂਦੀ ਸਾਡੇ ਅੰਦਰ। ਤਾਂ ਅੱਛੀ ਭਾਵਨਾ ਦੇ ਨਾਲ ਅੱਛਾ ਅਸੀਂ ਇੱਕ ਚੀਜ਼ ਨੋਟ ਵੀ ਕੀਤੀ ਸਰ, ਜਿਨ੍ਹਾਂ ਲੋਕਾਂ ਨੇ ਸੰਗਤ 'ਚ ਬੈਠ ਕੇ ਅੱਛੀ ਭਾਵਨਾ ਨਾਲ ਇਹਨਾਂ ਚੀਜ਼ਾਂ ਨੂੰ ਸੁਣਿਆ ਨਾ, ਅਸੀਂ ਉਹਨਾਂ 'ਚ ਬਦਲਾਅ ਬੜੇ ਫਾਸਟ ਆਉਂਦੇ ਦੇਖੇ ਆ, ਕਿਉਂਕਿ ਉਹਦਾ ਪਲਸੀਬੋ ਇਫੈਕਟ ਐਕਟਿਵ ਹੋ ਜਾਂਦਾ। ਠੀਕ ਹੈ, ਤਾਂ ਤੀਸਰੇ ਨੰਬਰ 'ਤੇ ਜਿਹੜੀ ਆਪਾਂ ਵਿਸ਼ਵਾਸ ਦੀ ਗੱਲ ਕੀਤੀ ਹੈ, ਜਦੋਂ ਵਿਸ਼ਵਾਸ ਹੋ ਗਿਆ ਨਾ ਕਿ ਅੱਧਾ ਤਾਂ ਮੈਂ ਠੀਕ ਹੋ ਗਿਆ, ਅੱਧਾ ਡਾਕਟਰ ਸਾਹਿਬ ਹੁਣ ਮੈਨੂੰ ਪਤਾ ਮੈਂ 90% ਠੀਕ ਹੋ ਜਾਣਾ, ਉਹ ਠੀਕ ਹੋ ਜਾਂਦਾ। ਠੀਕ ਹੈ, ਤੇ ਚੌਥਾ ਆ ਗਿਆ ਗਿਆਨ। ਜਦੋਂ ਉਹਨੂੰ ਅਸੀਂ ਗਿਆਨ ਨਾਲ ਜੋੜਦੇ ਹਾਂ, ਅੱਛਾ ਵੱਡੀ ਚੀਜ਼ ਹੈ ਵਿਸ਼ਵਾਸ ਦਾ ਲੈਵਲ ਕਦੋਂ ਵੱਧਦਾ? ਜਦੋਂ ਤੁਹਾਨੂੰ ਤੁਹਾਡੀ ਪ੍ਰੋਬਲਮ ਦਾ ਗਿਆਨ ਹੋ ਜਾਵੇ। ਠੀਕ ਹੈ, ਤਾਂ ਅਸੀਂ ਪੇਸ਼ੈਂਟ ਨੂੰ ਤਾਂ ਰੋਗ ਸਮਝਾਉਂਦੇ ਹਾਂ। ਪੇਸ਼ੈਂਟ ਆਉਂਦਾ, ਉਹ ਕਹਿੰਦਾ ਡਾਕਟਰ ਸਾਹਿਬ ਮੇਰੀ ਕਮਰ 'ਚ ਦਰਦ, ਫੀਮੇਲ ਪੇਸ਼ੈਂਟ ਹੈ, ਕਮਰ 'ਚ ਦਰਦ, ਮੇਰੇ ਗੋਡੇ 'ਚ ਵੀ ਦਰਦ। ਠੀਕ ਹੈ, ਤੇ ਲੀਵਰ ਫੈਟੀ। ਫਿਰ ਅਸੀਂ ਅੱਛਾ ਉਹਨੂੰ ਇਹ ਲੱਗਦਾ ਵੀ ਗੋਡਿਆਂ ਦਾ ਰੋਗ ਅਲੱਗ ਹੈ, ਕਮਰ ਦਾ ਅਲੱਗ ਹੈ, ਲੀਵਰ ਦਾ ਅਲੱਗ ਹੈ। ਅੱਛਾ ਜਦੋਂ ਅਗਰ ਫੀਮੇਲ ਆ, ਅਸੀਂ ਨੂੰ ਪੁੱਛੀ ਲੀਵਰ ਫੈਟੀ ਹਾਂ, ਫਿਰ ਨੈਕਸਟ ਸਵਾਲ ਹੁੰਦਾ ਯੂਟਰਸ ਰਿਮੂਵ ਹੈ, ਕਦੇ ਹਾਂਜੀ ਰਿਮੂਵ ਹੈ। ਫਿਰ ਉਹਨੂੰ ਅਸੀਂ ਰੋਗ ਸਮਝਾਉਂਦੇ। ਇਹ ਤੁਸੀਂ ਸਾਡੀ ਕਿਸੇ ਵੀ ਪੇਸ਼ੈਂਟ ਨੂੰ ਪੁੱਛੋ, ਠੀਕ ਹੈ, ਚਾਹੇ ਸਾਡੇ ਕੋਲ 15 ਦਿਨ ਦੀ ਮੈਡੀਸਨ ਲੈ ਕੇ ਗਿਆ ਵਾ, ਠੀਕ ਹੈ, ਉਹਨੂੰ ਪੁੱਛੋ ਜੀ ਕਿ ਡਾਕਟਰ ਭੁੱਲਰ ਨੇ ਇਹ ਚੀਜ਼ ਤੁਹਾਡੇ ਨਾਲ ਡਿਸਕਸ਼ਨ ਕੀਤੀ, ਰੋਗ ਸਮਝਾਇਆ ਸੀ। ਅਸੀਂ ਉੱਤੇ ਸਭ ਤੋਂ ਪਹਿਲਾਂ ਉਹਨੂੰ ਰੋਗ ਸਮਝਾਉਂਦੇ ਹਾਂ ਸ਼ਾਰਟ ਦੇ ਵਿੱਚ ਹੀ, ਵੀ ਇਹ ਯੂਟਰਸ ਰਿਮੂਵ ਹੈ ਤਾਂ ਯੂਟਰਸ ਦਾ ਸਾਰਾ ਲੋਡ ਲੀਵਰ 'ਤੇ ਚਲਾ ਗਿਆ, ਉਹਨੇ ਫੈਟੀ ਹੋਣਾ ਸੀ। ਲੀਵਰ ਫੈਟੀ ਹੋ ਗਿਆ, ਲੀਵਰ ਡੀਹਾਈਡਰੇਸ਼ਨ 'ਚ ਚਲਾ ਗਿਆ, ਡੀਹਾਈਡਰੇਸ਼ਨ 'ਚ ਚਲਾ ਗਿਆ, ਪਾਣੀ ਦੀ ਕਮੀ ਹੋ ਗਈ, ਉਸੇ ਪਾਣੀ ਨੇ ਉਸੇ ਲਿਕੁਇਡ ਨੇ ਜੁਆਇੰਟ ਦੇ ਵਿੱਚ ਤੇਰੇ ਗਰੀਸ ਬਣਾਉਣਾ ਸੀ, ਉਹ ਗਰੀਸ ਨਹੀਂ ਬਣਿਆ, ਹੁਣ ਤੇਰੀਆਂ ਹੱਡੀਆਂ ਖੁਸ਼ਕ ਨੇ। ਠੀਕ, ਅਗਰ ਬੈਕ ਪੇਨ ਹੈਗੀ ਹੈ ਤਾਂ UTI ਦੀ ਪ੍ਰੋਬਲਮ ਵੀ ਹੋ ਸਕਦੀ ਹੈ। ਤਾਂ ਉਹਨੂੰ ਅਸੀਂ ਰੋਗ ਸਮਝਾਉਂਦੇ ਹਾਂ। ਅੱਛਾ ਜਿਨ੍ਹਾਂ ਨੂੰ ਰੋਗ ਸਮਝ ਆ ਜਾਂਦਾ ਕਿ ਡਾਕਟਰ ਸਾਹਿਬ ਗੱਲ ਠੀਕ ਹੈ, ਹਾਂ ਆ ਤਾਂ ਹੈ, ਉਹਨੂੰ ਰੋਗ ਸਮਝ ਆ ਗਿਆ ਤਾਂ ਬ੍ਰੇਨ ਨੇ ਉਹਦਾ ਪਲਸੀਬੋ ਇਫੈਕਟ ਐਕਟਿਵ ਕਰਤਾ। ਉਹ ਕਹਿੰਦਾ ਹੁਣ ਜੇ ਡਾਕਟਰ ਸਾਹਿਬ ਨੂੰ ਰੋਗ ਸਮਝ ਆ ਗਿਆ ਨਾ, ਠੀਕ ਵੀ ਕਰ ਦੇਣਾ। ਤਾਂ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ। ਸੋ ਇਹ 4 ਚੀਜ਼ਾਂ ਨੇ ਜੋ ਅਸੀਂ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਅਲਟੀਮੇਟ ਸਰ ਇਸ ਇਨਸਾਨ ਦੇ ਅੰਦਰ ਬੁਝੇ ਹੋਏ ਦੀਵੇ ਦੀ ਬੱਤੀ ਨੂੰ ਅਗਰ ਲੋ ਨਾ ਲੱਗੀ ਤੇ ਕਦੋਂ ਪੈਦਾ ਹੋਇਆ ਸੀ, ਕਦੋਂ ਮਰ ਜਾਏਗਾ, ਕੁਛ ਨਹੀਂ ਪਤਾ ਲੱਗੇਗਾ। ਗੈਟਿੰਗ? ਤੇ ਜੇ ਅਸੀਂ ਪੈਦਾ ਹੋ ਕੇ ਇੱਕ ਜਗ੍ਹਾ 'ਤੇ ਪੈਦਾ ਹੋ ਕੇ ਉੱਥੇ ਹੀ ਮਰ ਕੇ ਚਲੇ ਗਏ ਤਾਂ ਕੋਈ ਫਰਕ ਨਹੀਂ ਉਸ ਪਸ਼ੂ 'ਚ ਜਿਹੜਾ ਰੋਜ਼ ਕਿੱਲੇ ਨਾਲ ਬੰਨ੍ਹਿਆ ਜਾਂਦਾ, ਤੇ ਕੋਈ ਫਰਕ ਨਹੀਂ ਉਸ ਇਨਸਾਨ 'ਚ ਜਿਹੜਾ ਇੱਕੋ 4 ਦੀਵਾਰੀ 'ਚ ਪੈਦਾ ਹੋ ਕੇ ਉੱਥੇ ਮਰ ਕੇ ਚਲਾ ਗਿਆ। ਗਵਾਂਢੀ ਨੂੰ ਨਹੀਂ ਪਤਾ ਹੁੰਦਾ ਇੱਥੇ ਕੌਣ ਆਇਆ ਸੀ, ਕੌਣ ਚਲਾ ਗਿਆ ਹੈਗਾ, ਨਾਲ ਦੇ ਪਿੰਡ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕੌਣ ਪੈਦਾ ਹੋਇਆ, ਕੌਣ ਚਲਾ ਗਿਆ। ਤੇ ਜੇ ਇੰਨਾ ਹੀ ਕੰਜਸਟਡ ਜੀਵਨ ਡਿਜ਼ਾਈਨ ਕਰਨਾ ਸੀ, ਫਿਰ ਆਲਰੇਡੀ ਇਸ ਧਰਤੀ 'ਤੇ ਬੋਝ ਬਣਨ ਦਾ ਕੋਈ ਫਾਇਦਾ ਨਹੀਂ ਹੈਗਾ। ਕੀ ਬਾਤ ਹੈ, ਕੀ ਬਾਤ ਹੈ ਡਾਕਟਰ ਸਾਹਿਬ। ਅੱਜ ਪਹਿਲੀ ਵਾਰ ਹੋਇਆ ਕਿ ਮੈਂ ਸਵਾਲ ਨਹੀਂ ਕੀਤੇ, ਤੁਸੀਂ ਬੋਲੇ ਹੋ, ਤੇ ਜਿਹੜੇ ਤੁਸੀਂ ਬੋਲੇ ਹੋ ਇਹਦੇ ਵਿੱਚ ਮੈਨੂੰ ਲੱਗਦਾ ਕਿ ਕੰਪਲੀਟ ਗਿਆਨ ਤੁਸੀਂ ਦਿੱਤਾ ਹੈਗਾ, ਤੇ ਮੇਰੇ ਸਵਾਲ ਕਰਨ ਦੀ ਜ਼ਰੂਰਤ ਹੀ ਨਹੀਂ ਪਈ ਕਿ ਅੱਗੇ ਦਰਸ਼ਕਾਂ ਵਾਸਤੇ ਕੁਝ ਹੋਰ ਪੁੱਛਾਂ। ਮੈਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਜਿਹੜਾ ਉਹ ਕਿਸੇ ਨੂੰ ਜਿਹੜਾ ਮੋਟੀਵੇਸ਼ਨ ਦਾ ਜਿਹੜਾ ਆਪਾਂ ਲੈਕਚਰ ਆ ਉਹ ਨਹੀਂ ਦੇ ਸਕਦੇ, ਮੋਟੀਵੇਟ ਨਹੀਂ ਕਰ ਸਕਦੇ। ਜਦੋਂ 4 ਚੀਜ਼ਾਂ ਦੇ ਉੱਤੇ ਬੰਦਾ ਕੰਮ ਕਰ ਲੈਂਦਾ ਤੇ ਉਸ ਤੋਂ ਬਾਅਦ ਫਿਰ ਉਹਦਾ ਕੋਈ ਕਾਰਨ ਨਹੀਂ ਰਹਿ ਜਾਂਦਾ ਜੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਦੇ ਵਿੱਚ ਘਿਰਿਆ ਰਹੇ। ਆਸ਼ਾ ਉਹਦੀ ਜ਼ਿੰਦਗੀ 'ਚ ਜ਼ਰੂਰ ਆਉਂਦੀ ਹੈ, ਕਾਮਯਾਬੀ ਉਹਨੂੰ ਜ਼ਰੂਰ ਮਿਲਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਨਿਊਜ਼ ਏਸ਼ੀਆ ਚੈਨਲ ਸਾਰੇ ਦਰਸ਼ਕਾਂ ਦਾ ਪਿਆਰ ਦੇਣ ਲਈ, ਆਸ਼ੀਰਵਾਦ ਬਣਾਏ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ। ਸੋ ਸਾਨੂੰ ਡਾਕਟਰ ਵਰਿੰਦਰ ਸਿੰਘ ਭੁੱਲਰ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਬੰਦਾ ਨਿਰਾਸ਼ਾ 'ਚ ਘਿਰ ਕੇ ਇਹਨਾਂ ਕੋਲੇ ਆਉਂਦਾ, ਜਾਂ ਨਿਰਾਸ਼ਾ 'ਚ ਘਿਰਿਆ ਹੋਇਆ ਬੰਦਾ ਜਿਹੜਾ ਇਹ ਵੀਡੀਓ ਦੇਖ ਰਿਹਾ, ਤੇ ਉਸ ਬੰਦੇ ਨੂੰ 4 ਗੋਲ ਆਪਣੇ ਜ਼ਿੰਦਗੀ ਦੇ ਵਿੱਚ ਤੈਅ ਕਰਨੇ ਪੈਣਗੇ, 4 ਗੋਲ ਆਪਣੇ ਫਿਕਸ ਕਰਨੇ ਪੈਣਗੇ, ਜਿਨ੍ਹਾਂ ਜੇਕਰ ਉਹ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਣਾ ਚਾਹੁੰਦਾ, ਜ਼ਿੰਦਗੀ 'ਚ ਕੁਝ ਹਾਸਲ ਕਰਨਾ ਚਾਹੁੰਦਾ। ਪਿਛਲਾ ਜੋ ਲੰਘ ਗਿਆ, ਜਿੰਨੀ ਮਰਜ਼ੀ ਉਮਰ ਹੈ ਤੁਹਾਡੀ ਲੰਘ ਗਈ, ਲੇਕਿਨ ਜਦੋਂ ਜਾਗੇ ਉਦੋਂ ਸਵੇਰਾ। ਜਦੋਂ ਤੁਸੀਂ ਇਸ ਚੀਜ਼ ਨੂੰ ਦੇਖ ਲਿਆ, ਜਦੋਂ ਤੁਸੀਂ ਇਸ ਚੀਜ਼ ਨੂੰ ਸਮਝ ਲਿਆ, ਤੁਸੀਂ ਆਪਣੀ ਜ਼ਿੰਦਗੀ ਦੇ ਜੇ 4 ਗੋਲ ਤੈਅ ਕਰ ਲਏ, ਤੇ ਜਦੋਂ ਤੁਸੀਂ ਉਸ ਗੋਲ ਨੂੰ ਤੈਅ ਕਰਕੇ ਉਸ ਵੱਲ ਵਧਣਾ ਸ਼ੁਰੂ ਹੋ ਜਾਓਗੇ ਤੇ ਉਸੇ ਮੁਤਾਬਕ ਚੱਲਣਾ ਸ਼ੁਰੂ ਹੋ ਜਾਏਗਾ। ਕੋਈ ਕਾਰਨ ਨਹੀਂ ਹੈਗਾ ਕਿ ਤੁਹਾਡੀ ਜ਼ਿੰਦਗੀ 'ਚ ਨਿਰਾਸ਼ਾ ਰਹਿ ਜਾਏ, ਕੋਈ ਕਾਰਨ ਨਹੀਂ ਹੈਗਾ ਕਿ ਤੁਹਾਡੀ ਜ਼ਿੰਦਗੀ 'ਚ ਰੋਗ ਰਹਿ ਜਾਣ, ਕੋਈ ਕਾਰਨ ਨਹੀਂ ਹੈਗਾ ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਚੀਜ਼ ਤੋਂ ਤਰਸੋ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਇਸ ਦਾ ਫਾਇਦਾ ਉਹਨਾਂ ਲੋਕਾਂ ਨੂੰ ਹੋ ਸਕੇ ਜਿਹੜੇ ਲੋਕ ਅੱਜ ਜ਼ਿੰਦਗੀ ਦੇ ਵਿੱਚ ਨਿਰਾਸ਼ਾ 'ਚ ਘਿਰੇ ਹੋਏ ਨੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।